ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਮਲਾਰ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 3 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ ਚੌਥੀ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1280 ਤੇ ਅੰਕਿਤ ਹੈ। ਸ਼ਲੋਕ ਮਹਿਲਾ ਦੂਜਾ। ਸਾਵਣ ਆਇਆ ਹੈ ਸਖੀ, ਅੰਤੈ ਚਿਤ ਕਰਹਿ, ਨਾਨਕ ਝੂਰ ਮਰਹਿ ਦੁਹਾਗਣੀ, ਜਿਨ ਅਵਰੀ ਲਾਗਾ ਨਹੀਂ। ਸਾਵਣ ਦਾ ਮਤਲਬ ਸਾਵਨ ਦਾ ਮਹੀਨਾ, ਕੰਤੇ ਦਾ ਮਤਲਬ ਪ੍ਰਭੂ ਨੂੰ, ਚਿਤ ਕਰਹਿ ਦਾ ਮਤਲਬ ਪ੍ਰਭੂ ਨੂੰ ਯਾਦ ਕਰ, ਆਪਣੇ ਚਿੱਤ ਦੇ ਅੰਦਰ ਵਸਾ। ਕਿ ਹੇ ਸਖੀ, ਸਾਵਣ ਦਾ ਮਹੀਨਾ ਆਇਆ ਹੈ, ਪ੍ਰਭੂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ, ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ। ਸਾਵਣ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਤਾਂ ਇਹ ਬਰਸਾਤ ਦਾ ਮਹੀਨਾ ਮੰਨਿਆ ਜਾਂਦਾ ਹੈ। ਬਰਸਾਤਾਂ ਪੈਂਦੀਆਂ ਨੇ, ਬਰਸਾਤ ਪੈਣ ਦੇ ਨਾਲ ਹਾੜ ਦੀ ਤਪਸ਼ ਘਟਦੀ ਹੈ ਔਰ ਧਰਤੀ ਦੇ ਉੱਤੇ ਹਰਿਆਵਲ ਫੈਲਦੀ ਹੈ। ਸਾਵਣ ਦਾ ਮਹੀਨਾ ਇੰਡੀਆ ਦੇ ਅੰਦਰ ਆਮ ਕਰਕੇ ਸੁਹਾਗਣਾਂ ਦਾ ਮਹੀਨਾ ਮੰਨਿਆ ਜਾਂਦਾ ਹੈ। ਬੀਬੀਆਂ ਭੈਣਾਂ ਆਪਣੇ ਪੇਕਿਆਂ ਨੂੰ ਮਿਲਣ ਵਾਸਤੇ ਜਾਂਦੀਆਂ ਨੇ ਔਰ ਕੁੜੀਆਂ ਪੀਂਘਾਂ ਪਾ ਕੇ ਪੀਂਘਾਂ ਝੂਟਦੀਆਂ ਨੇ। ਔਰ ਸਾਵਣ ਦੇ ਮਹੀਨੇ ਵਿੱਚ ਇੱਕ ਵਹਿਮ ਵੀ ਪਾਇਆ ਜਾਂਦਾ ਸੀ ਕਿ ਨੂੰਹ ਔਰ ਸੱਸ ਨੇ ਇਕੱਠੀ ਨਹੀਂ ਰਹਿਣਾ, ਤੇ ਇਸੇ ਕਰਕੇ ਬੀਬੀਆਂ ਪੇਕੇ ਤੁਰ ਜਾਂਦੀਆਂ ਸਨ। ਯਾਨੀ ਐਸੇ ਕਈ ਸਾਰੇ ਵਹਿਮ ਭਰਮ ਵੀ ਪਾਏ ਜਾਂਦੇ ਨੇ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਬੇਸ਼ੱਕ ਸਾਵਣ ਦਾ ਮਹੀਨਾ ਆ ਗਿਆ, ਬਰਸਾਤ ਪੈਣ ਦੇ ਨਾਲ ਚਾਰ ਚੁਫੇਰੇ ਹਰਿਆਵਲ ਹੈ, ਤਪਸ਼ ਜਿਹੜੀ ਹਾੜ ਦੀ ਉਹ ਘਟੀ ਹੈ, ਲੇਕਿਨ ਇਹ ਸਾਵਣ ਦਾ ਮਹੀਨਾ ਸਾਰਿਆਂ ਵਾਸਤੇ ਸੁਹਾਵਣਾ ਨਹੀਂ ਹੈ। ਸਾਵਣ ਦਾ ਮਹੀਨਾ ਕੇਵਲ ਮੀਂਹ ਪੈਣ ਨਾਲ ਜਾਂ ਚਾਰ ਚੁਫੇਰੇ ਹਰਿਆਵਲ ਹੋਣ ਦੇ ਨਾਲ ਖੁਸ਼ੀਆਂ ਦੇਣ ਵਾਲਾ ਨਹੀਂ ਹੋ ਜਾਂਦਾ। ਗੁਰੂ ਜੀ ਕਹਿੰਦੇ ਨੇ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਦਾ ਮਹੀਨਾ ਵੀ ਉਹਨਾਂ ਵਾਸਤੇ ਸਫਲਾ ਸੁਹਾਵਣਾ ਹੁੰਦਾ ਹੈ ਜਿਨ੍ਹਾਂ ਦਾ ਪ੍ਰਭੂ ਦੇ ਨਾਲ ਪਿਆਰ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਹੈ, ਜੋ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜੇ ਨੇ, ਜਿਨ੍ਹਾਂ ਦਾ ਆਚਰਨ ਚੰਗਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਹੇ ਭਾਈ, ਸਾਵਣ ਦਾ ਮਹੀਨਾ ਆਇਆ ਹੋਇਆ ਤਾਂ ਹੀ ਸਫਲਾ ਹੈ ਜੇ ਕੰਤ ਨੂੰ ਚਿੱਤ ਵਿੱਚ ਵਸਾਇਆ ਜਾਏ, ਜੇ ਪ੍ਰਭੂ ਨੂੰ ਚਿੱਤ ਵਿੱਚ ਵਸਾਇਆ ਜਾਏ, ਜੇ ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਲਿਆ ਜਾਏ। ਤੇ ਜੇਕਰ ਸੋਚ ਦੇ ਅੰਦਰ ਸੱਚ ਨਹੀਂ, ਦਇਆ ਨਹੀਂ, ਪਿਆਰ ਨਹੀਂ, ਮੁਹੱਬਤ ਨਹੀਂ, ਤਾਂ ਫਿਰ ਕੀ ਹੋਵੇਗਾ? ਨਾਨਕ ਝੂਰ ਮਰਹਿ ਸੁਹਾਗਣੀ, ਜਿਨ ਅਵਰੀ ਲਾਗਾ ਨੇਹ। ਨੇਹ ਦਾ ਮਤਲਬ ਪਿਆਰ, ਝੂਰ ਦਾ ਮਤਲਬ ਝੂਰਦੀਆਂ ਨੇ, ਮਰੇ ਦਾ ਮਤਲਬ ਆਤਮਕ ਮੌਤੇ ਮਰ ਜਾਂਦੀਆਂ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਦਾ ਪਿਆਰ ਇੱਕ ਪ੍ਰਭੂ ਨੂੰ ਛੱਡ ਕੇ ਹੋਰ ਕਿਸੇ ਦੇ ਨਾਲ ਲੱਗਾ ਹੋਇਆ ਹੈ, ਉਹ ਜੀਵ ਇਸਤਰੀਆਂ ਦੁਖੀ ਹੁੰਦੀਆਂ ਨੇ ਔਰ ਆਤਮਕ ਮੌਤੇ ਮਰ ਜਾਂਦੀਆਂ ਨੇ। ਮਿਸਾਲ ਵਜੋਂ, ਸਾਵਣ ਦੇ ਮਹੀਨੇ ਵਿੱਚ ਜੇ ਕਿਸੇ ਪਤਨੀ ਦਾ ਪਤੀ ਨਾਲ ਜਾਂ ਪਤੀ ਦਾ ਪਤਨੀ ਨਾਲ ਪ੍ਰੇਮ ਨਹੀਂ ਹੈ ਤਾਂ ਘਰ ਦੇ ਵਿੱਚ ਕਲੇਸ਼ ਰਹੇਗਾ। ਕੇਵਲ ਸਾਵਣ ਦਾ ਮਹੀਨਾ ਆਉਣ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਕੇਵਲ ਸਾਵਣ ਦਾ ਮਹੀਨਾ ਆਉਣ ਨਾਲ ਖੁਸ਼ੀ ਨਹੀਂ ਹੁੰਦੀ। ਜੇਕਰ ਸੱਚ ਨੂੰ ਛੱਡ ਕੇ, ਪ੍ਰਭੂ ਨੂੰ ਛੱਡ ਕੇ ਪਿਆਰ ਵਿਕਾਰਾਂ ਦੇ ਨਾਲ ਹੈ, ਈਰਖਾ, ਦਵੇਸ਼, ਵੈਰ ਵਿਰੋਧ ਨਾਲ ਪਿਆਰ ਹੈ, ਜਾਂ ਆਪਣੇ ਅੰਦਰ ਦ્વੈਤ ਭਾਵ ਹੈ, ਤਾਂ ਉਹ ਜੀਵ ਸਾਵਣ ਦੇ ਮਹੀਨੇ ਵਿੱਚ ਹੀ ਝੂਰ ਕੇ ਮਰਦੇ ਨੇ, ਆਤਮਕ ਮੌਤੇ ਮਰਦੇ ਹਨ ਔਰ ਦੁਖੀ ਹੁੰਦੇ ਨੇ। ਆਮ ਇੱਕ ਪੰਜਾਬੀ ਦੀ ਕਹਾਵਤ ਹੈ ਨਾ, ਸਾਈਆਂ ਬਾਝੋਂ ਸੌਣ ਧਰਿਆਈਆਂ। ਧਰਿਆਈ ਦਾ ਮਤਲਬ ਹੁੰਦਾ ਹੈ ਪਿਆਸੀ। ਸਾਈਆਂ ਬਾਝੋਂ ਸੌਣ ਧਰਿਆਈਆਂ। ਬੇਸ਼ੱਕ ਸਾਵਣ ਦੇ ਮਹੀਨੇ ਦੇ ਅੰਦਰ ਬਰਸਾਤ ਹੁੰਦੀ ਹੈ, ਚਾਰ ਚੁਫੇਰੇ ਪਾਣੀ ਭਰਿਆ ਹੋਇਆ ਹੈ, ਪਰ ਜਿਨ੍ਹਾਂ ਗਾਵਾਂ ਮੱਝਾਂ ਦੇ ਮਾਲਕ ਸਿਰ ਤੇ ਨਹੀਂ, ਉਹ ਸਾਉਣ ਦੇ ਮਹੀਨੇ ਵਿੱਚ ਪਿਆਸੀਆਂ ਬੱਝੀਆਂ ਰਹਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਕਿਸੇ ਨੇ ਸੰਗਲ ਖੋਲਿਆ ਹੀ ਨਹੀਂ, ਉਹ ਬਾਹਰ ਪਾਣੀ ਪੀਣ ਵਾਸਤੇ ਜਾ ਹੀ ਨਹੀਂ ਸਕੀਆਂ। ਇਸ ਲਈ ਮਾਲਕ ਦੀ ਰਾਖੀ ਤੋਂ ਬਿਨਾਂ ਸਾਉਣ ਦੇ ਮਹੀਨੇ ਵਿੱਚ ਵੀ ਜਿਵੇਂ ਪਸ਼ੂ ਪਿਆਸੇ ਰਹਿ ਜਾਂਦੇ ਨੇ, ਇਸੇ ਤਰ੍ਹਾਂ ਬੇਸ਼ੱਕ ਚਾਰ ਚੁਫੇਰੇ ਖੁਸ਼ੀਆਂ ਬਰਸ ਰਹੀਆਂ ਹੋਣ, ਤਾਂ ਜਿਹੜੇ ਪ੍ਰਭੂ ਨਾਲੋਂ ਟੁੱਟੇ ਨੇ, ਸੱਚ ਨਾਲੋਂ ਟੁੱਟੇ ਨੇ,
ਜਿਨ੍ਹਾਂ ਦਾ ਪਿਆਰ ਔਗਣਾਂ ਦੇ ਨਾਲ ਹੈ, ਉਹਨਾਂ ਦੇ ਜੀਵਨ ਵਿੱਚ ਦੁੱਖ ਬਣੇ ਰਹਿੰਦੇ ਨੇ ਔਰ ਆਖਿਰ ਉਹ ਆਤਮਿਕ ਮੌਤ ਤੇ ਮਰ ਜਾਂਦੇ। ਅਗਲਾ ਬਚਨ ਗੁਰੂ ਜੀ ਕਰਦੇ ਹਨ, ਮਹਿਲਾ ਦੂਜਾ। ਸਾਵਣ ਆਇਆ ਹੈ ਸਖੀ ਜਲਹਰ ਬਰਸਨਹਾਰ। ਜਲਹਰ ਦਾ ਮਤਲਬ ਜਲਧਰ, ਬੱਦਲ। ਹੇ ਸਖੀ, ਹੇ ਭੈਣ, ਹੇ ਸਤਸੰਗੀ ਜਨ, ਸਾਵਣ ਦਾ ਮਹੀਨਾ ਆਇਆ ਹੈ ਔਰ ਜਲਹਰ ਬਰਸਨਹਾਰ ਦਾ ਮਤਲਬ ਬੱਦਲ ਬਰਸ ਰਿਹਾ ਹੈ। ਬੱਦਲ ਬਰਸ ਰਿਹਾ ਹੈ। ਨਾਨਕ ਸੁਖ ਸਵਨ ਸੁਹਾਗਣੀ, ਜਿਨ ਸ਼ੋਹ ਨਾਲ ਪਿਆਰ। ਗੁਰੂ ਜੀ ਕਹਿੰਦੇ ਨੇ ਇਸ ਸੁਹਾਵਣੇ ਸਮੇਂ ਵਿੱਚ ਜਿਨ੍ਹਾਂ ਦਾ ਆਪਣੇ ਪ੍ਰਭੂ ਦੇ ਨਾਲ ਪਿਆਰ ਹੈ, ਉਹ ਸੁਖ ਦੀ ਨੀਂਦ ਸੌਂਦੇ ਨੇ। ਉਹਨਾਂ ਦੇ ਜੀਵਨ ਵਿੱਚ ਸੁਖ ਸ਼ਾਂਤੀ ਹੁੰਦੀ ਹੈ, ਜਿਨ੍ਹਾਂ ਦਾ ਪ੍ਰਭੂ ਨਾਲ ਪਿਆਰ ਹੈ, ਜੋ ਰੱਬੀ ਰਜਾ ਵਿੱਚ ਤੁਰਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ। ਬੇਸ਼ੱਕ ਸਾਵਣ ਦੇ ਮਹੀਨੇ ਵਿੱਚ ਬੱਦਲ ਬਰਸ ਰਿਹਾ ਹੋਵੇ, ਝੜੀ ਲੱਗੀ ਹੋਵੇ, ਲੇਕਿਨ ਜੇ ਗੁਣ ਨਹੀਂ ਹਨ, ਜੇ ਬੰਦਾ ਸਿਸਟਮ ਵਿੱਚ ਨਹੀਂ ਜ਼ਿੰਦਗੀ ਜੀ ਰਿਹਾ, ਜੀਵਨ ਦਾ ਕੋਈ ਢੰਗ ਚੰਗਾ ਨਹੀਂ ਹੈ, ਗੁਰਬਾਣੀ ਮੁਤਾਬਕ ਜੀਵਨ ਨਹੀਂ, ਪ੍ਰਭੂ ਦੀ ਰਜਾ ਵਿੱਚ ਨਹੀਂ, ਰੱਬੀ ਗੁਣਾਂ ਦੇ ਨਾਲ ਪਿਆਰ ਨਹੀਂ ਹੈ, ਤਾਂ ਜੀਵਨ ਦੇ ਅੰਦਰ ਸੁਖ ਪੈਦਾ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਹੇ ਸਖੀਏ, ਸਾਵਣ ਦਾ ਮਹੀਨਾ ਉਹਨਾਂ ਦਾ ਹੀ ਸਫਲਾ ਹੈ ਜਿਨ੍ਹਾਂ ਦਾ ਪ੍ਰਭੂ ਦੇ ਨਾਲ ਪਿਆਰ ਹੈ। ਉਹ ਸੁਖ ਦੀ ਨੀਂਦ ਸੌਂਦੇ ਹਨ, ਭਾਵ ਕਿ ਉਹ ਸੁਖੀ ਔਰ ਸ਼ਾਂਤ ਰਹਿੰਦੇ ਨੇ। ਪੌੜੀ। ਆਪੇ ਛਿੰਝ ਪਵਾਏ ਮੱਲਾ ਅਖਾੜਾ ਰਚਿਆ। ਮੱਲਾ ਅਖਾੜਾ ਦਾ ਮਤਲਬ ਮੱਲਾਂ ਦਾ ਅਖਾੜਾ। ਤੇ ਛਿੰਝ ਕਹਿੰਦੇ ਨੇ ਜਿੱਥੇ ਕੁਸ਼ਤੀ ਵੇਖਣ ਵਾਲੇ ਜਿਹੜੇ ਲੋਕ ਇਕੱਠੇ ਹੁੰਦੇ ਨੇ, ਉਸ ਜਗ੍ਹਾ ਨੂੰ ਛਿੰਝ ਕਹਿੰਦੇ ਨੇ। ਛਿੰਝ ਦਾ ਮਤਲਬ ਮੱਲ ਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਇਕੱਠ, ਉਹਨੂੰ ਛਿੰਝ ਕਹਿੰਦੇ ਨੇ। ਜਿੱਥੇ ਕੁਸ਼ਤੀ ਹੁੰਦੀ ਹੈ ਉਹ ਮੱਲ ਅਖਾੜਾ ਹੁੰਦਾ ਹੈ, ਤੇ ਜਿਹੜੇ ਕੁਸ਼ਤੀ ਵੇਖਣ ਵਾਸਤੇ ਲੋਕ ਇਕੱਠੇ ਹੋਏ ਹੁੰਦੇ ਨੇ ਉਹਨੂੰ ਛਿੰਝ ਕਹਿੰਦੇ ਨੇ। ਆਪੇ ਛਿੰਝ ਪਵਾਏ। ਛਿੰਝ ਪਵਾਏ ਦਾ ਮਤਲਬ ਛਿੰਝ ਪਵਾ ਕੇ, ਯਾਨੀ ਜਗਤ ਰਚਨਾ ਰਚ ਕੇ। ਮੱਲਾ ਅਖਾੜਾ ਰਚਿਆ ਦਾ ਮਤਲਬ ਇਹ ਜਗਤ ਜਿਹੜਾ ਹੈ ਮਾਨੋ ਪਹਿਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ। ਮੱਲ ਅਖਾੜਾ, ਇਹ ਸੰਸਾਰ ਮਾਨੋ ਇੱਕ ਮੱਲ ਅਖਾੜਾ ਹੈ, ਤੇ ਜਿੰਨੇ ਵੀ ਆ ਜੀਵ ਨੇ, ਇਸਤਰੀਆਂ ਪੁਰਸ਼ ਨੇ, ਇਹ ਛਿੰਝ ਹੈ। ਇਹ ਉਸ ਘੋਲ ਨੂੰ ਵੇਖਣ ਵਾਸਤੇ ਇੱਥੇ ਆਏ ਹੋਏ ਨੇ। ਇਹ ਸਾਰੇ ਜਗਤ ਰਚਨਾ ਛਿੰਝ ਰਚ ਕੇ, ਜਗਤ ਰਚਨਾ ਰਚ ਕੇ ਇਸ ਜਗਤ ਨੂੰ ਮਾਨੋ ਪ੍ਰਭੂ ਨੇ ਆਪ ਇੱਕ ਅਖਾੜਾ ਬਣਾਇਆ, ਯਾਨੀ ਇੱਕ ਘੋਲ ਦੀ ਥਾਂ ਹੈ। ਇਸ ਜੀਵਨ ਦੇ ਅੰਦਰ, ਸੰਸਾਰ ਅੰਦਰ ਇੱਕ ਜੀਵਨ ਦਾ ਘੋਲ ਘੁਲਿਆ ਜਾ ਰਿਹਾ ਹੈ। ਕੁਝ ਲੋਕ ਉਹ ਨੇ ਜੋ ਜੀਵਨ ਬਾਜੀ ਨੂੰ ਜਿੱਤ ਰਹੇ ਨੇ, ਔਰ ਕੁਝ ਲੋਕ ਉਹ ਨੇ ਜੋ ਹਾਰ ਰਹੇ ਨੇ। ਮੱਲ ਅਖਾੜੇ ਦੇ ਅੰਦਰ ਵੀ ਦੋ ਪਹਿਲਵਾਨ ਘੁਲਦੇ ਨੇ। ਜਿਹੜਾ ਜਿੱਤ ਜਾਂਦਾ ਹੈ ਉਹਨੂੰ ਲੋਕ ਪੈਸੇ ਵੀ ਦਿੰਦੇ ਨੇ, ਉਹਨੂੰ ਲੋਕ ਮਾਣ ਵੀ ਦਿੰਦੇ ਨੇ, ਉਹਨੂੰ ਇਨਾਮ ਵੀ ਮਿਲਦਾ ਹੈ, ਇੱਜ਼ਤ ਵੀ ਉਹਦੀ ਹੁੰਦੀ ਹੈ, ਜਿਹੜਾ ਬੰਦਾ ਜਿੱਤਦਾ ਹੈ। ਤੇ ਜਿਹੜਾ ਬੰਦਾ ਹਾਰਦਾ ਹੈ ਉਹ ਬੰਦਾ ਥੋੜੀ ਨਮੋਸ਼ੀ ਮਹਿਸੂਸ ਕਰਦਾ ਹੈ। ਤਾਂ ਖੁਸ਼ੀਆਂ ਉਹਨੂੰ ਮਿਲਦੀਆਂ ਨੇ ਜਿਹੜਾ ਜਿੱਤਦਾ ਹੈ। ਐਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਘੋਲ ਹੈ, ਜੀਵਨ ਮਾਨੋ। ਇੱਥੇ ਕਾਮ, ਕ੍ਰੋਧ, ਲੋਭ, ਮੋਹ ਆਦਿਕ ਦੇ ਨਾਲ ਘੋਲ ਹੋ ਰਿਹਾ ਹੈ ਹਰ ਜੀਵ ਦਾ, ਹਰ ਇਸਤਰੀ ਪੁਰਸ਼ ਦਾ। ਕੁਝ ਲੋਕ ਉਹ ਨੇ ਜਿਹੜੇ ਕਾਮ, ਕ੍ਰੋਧ ਆਦਿਕ ਤੋਂ ਹਾਰ ਗਏ ਨੇ, ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਤੇ ਕੁਝ ਉਹ ਨੇ ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ ਆਦਿਕ ਵਿਕਾਰਾਂ, ਪਾਪਾਂ, ਅਪਰਾਧਾਂ ਨੂੰ ਆਪਣੇ ਅਧੀਨ ਕਰ ਲਿਆ ਹੈ, ਢਾ ਲਿਆ ਹੈ। ਉਹ ਲੋਕ ਇਸ ਜੀਵਨ ਬਾਜੀ ਨੂੰ ਜਿੱਤ ਜਾਂਦੇ ਨੇ। ਤਾਂ ਪ੍ਰਭੂ ਨੇ ਆਪ ਹੀ ਇਹ ਸੰਸਾਰ ਰਚਨਾ ਰੂਪ ਛਿੰਝ ਰਚ ਕੇ ਇਸ ਜਗਤ ਨੂੰ ਮਾਨੋ ਇੱਕ ਪਹਿਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ। ਲੱਥੇ ਭੜਥੂ ਪਾਏ ਗੁਰਮੁਖ ਮੱਚਿਆ। ਭੜਥੂ ਦਾ ਮਤਲਬ ਹੁੰਦਾ ਹੈ ਰੌਲਾ। ਜਿਵੇਂ ਨਾ ਫਲਾਣੇ ਥਾਂ ਤੇ ਬੜਾ ਭੜਥੂ ਪਿਆ ਹੈ, ਭੜਥੂ ਦਾ ਮਤਲਬ ਰੌਲਾ ਪਿਆ ਹੈ, ਲੋਕ ਇਧਰ ਉਧਰ ਭੱਜ ਰਹੇ ਨੇ, ਬੜੀ ਕਾਹਲ ਵਿੱਚ ਨੇ ਔਰ ਰੌਲਾ ਪਿਆ ਹੋਇਆ ਹੈ। ਮੱਚਿਆ ਦਾ ਮਤਲਬ ਹੁੰਦਾ ਹੈ ਮੱਚਣਾ। ਮੱਚਣਾ ਦਾ ਮਤਲਬ ਹੁੰਦਾ ਹੈ ਪ੍ਰਸੰਨ ਹੋਣਾ। ਜਿਵੇਂ ਅਨਾਣੇ ਨਹੀਂ ਥੋੜੇ ਜਾਂ ਸ਼ਰਾਰਤਾਂ ਕਰਦੇ ਹੋਣ ਤੇ ਬੜੇ ਹੱਸਦੇ ਹੋਣ, ਤੇ ਆਹ ਤੇ ਬੱਚਾ ਬੜਾ ਮੱਚਦਾ ਹੈ ਪਿਆ, ਮਤਲਬ ਮੱਚਣਾ ਦਾ ਮਤਲਬ ਹੁੰਦਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਇੱਥੇ ਮੱਚਣਾ ਦਾ ਮਤਲਬ ਚੜ੍ਹਦੀ ਕਲਾ ਵਿੱਚ ਰਹਿਣਾ। ਗੁਰਮੁਖ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਲੱਥੇ ਭੜਥੂ ਪਾਏ, ਜੀਵ ਰੂਪੀ ਪਹਿਲਵਾਨ ਰੌਲਾ ਪਾ ਕੇ ਇੱਥੇ ਆ ਉਤਰੇ ਨੇ। ਭਾਵ
ਅਨੇਕਾਂ ਜੀਵ ਦਬਾ ਦਬ ਜਗਤ ਦੇ ਅੰਦਰ ਜਨਮ ਲੈ ਰਹੇ ਨੇ, ਯਾਨੀ ਅਨੇਕਾਂ ਜੀਵ ਇੱਥੇ ਜਨਮ ਲੈ ਰਹੇ ਨੇ। ਇਸ ਪੰਕਤੀ ਦੇ ਅੱਧੇ ਭਾਵ ਦਾ ਅਰਥ ਇਹ ਹੋਏਗਾ, ਲੱਥੇ ਪੜਥੂ ਪਾਏ ਦਾ ਭਾਵ ਅਰਥ ਇਹ ਹੈ ਕਿ ਬਹੁਤ ਸਾਰੇ ਜੀਵ ਇਸ ਸੰਸਾਰ ਤੇ ਜਨਮ ਲੈਂਦੇ ਨੇ, ਇਸ ਸੰਸਾਰ ਤੇ ਪ੍ਰਗਟ ਹੋਏ ਨੇ, ਉਹਨਾਂ ਨੇ ਜਨਮ ਲਿਆ ਹੈ। ਗੁਰਮੁਖ ਮੱਚਿਆ, ਪਰ ਇਹਨਾਂ ਸਾਰੇ ਜੀਵਾਂ ਦੇ ਵਿੱਚੋਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ, ਉਹ ਚੜ੍ਹਦੀ ਕਲਾ ਵਿੱਚ। ਚੜ੍ਹਦੀ ਕਲਾ ਵਿੱਚ ਕੌਣ ਹੈ? ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ, ਜੋ ਗੁਰੂ ਅਨੁਸਾਰੀ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਰਿਹਾ ਹੈ, ਉਹ ਬੰਦਾ ਚੜ੍ਹਦੀ ਕਲਾ ਵਿੱਚ ਹੈ। ਬਾਕੀ ਇਸ ਦੁਨੀਆ ਵਿੱਚ ਰੌਲਾ ਰੱਪਾ ਹੀ ਹੈ। ਮਨਮੁਖ ਮਾਰੇ ਪਛਾੜ ਮੂਰਖ ਕੱਚਿਆ। ਜਿਹੜੇ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਨੇ, ਉਹਨਾਂ ਨੇ ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਪਟਕਾ ਕੇ ਮਾਰਿਆ ਹੈ। ਆਤਮਕ ਮੌਤ ਜਿਹੜੀ ਹੈ ਮਨਮੁਖਾਂ ਨੂੰ, ਮਨਮੁਖ ਦਾ ਮਤਲਬ ਜੋ ਆਪ ਹੁਦਰੇ ਨੇ, ਜਿਨ੍ਹਾਂ ਦੇ ਅੰਦਰ ਰੱਬੀ ਗੁਣ ਨਹੀਂ ਹਨ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਜਿਨ੍ਹਾਂ ਕੋਲ ਗੁਰੂ ਦਾ ਗਿਆਨ ਨਹੀਂ ਹੈ, ਉਹਨਾਂ ਨੂੰ ਆਤਮਕ ਮੌਤ ਨੇ ਪਛਾੜ ਪਛਾੜ ਕੇ ਮਾਰਿਆ ਹੈ। ਜਿਹੜੇ ਮੂਰਖ ਨੇ, ਜਿਹੜੇ ਕੱਚੇ ਨੇ। ਤੇ ਮੂਰਖ ਬਾਰੇ ਮੈਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ। ਮੂਰਖ ਅਸੀਂ ਉਸ ਬੰਦੇ ਨੂੰ ਕਹਿ ਸਕਦੇ ਹਾਂ ਜਿਸ ਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ, ਜਿਹਨੂੰ ਇਹ ਨਹੀਂ ਪਤਾ ਕਿ ਜੋ ਮੈਂ ਬੋਲ ਰਿਹਾ, ਮੇਰੇ ਬੋਲਾਂ ਦਾ ਅਸਰ ਕੀ ਹੋਏਗਾ, ਜੋ ਮੈਂ ਜ਼ਿੰਦਗੀ ਜੀ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜਿਸ ਦਾ ਕੋਈ ਉੱਚਾ ਸੁੱਚਾ ਗੋਲ ਹੀ ਨਹੀਂ ਹੈ ਔਰ ਵਿਕਾਰ ਪਾਪ ਕਮਾਈ ਜਾ ਰਿਹਾ ਹੈ। ਉਹ ਐਸੇ ਲੋਕਾਂ ਨੂੰ ਆਤਮਕ ਮੌਤ ਨੇ ਪਟਕਾ ਪਟਕਾ ਕੇ ਮਾਰਿਆ ਹੈ। ਭਾਵ ਕਿ ਉਹ ਜੀਵਨ ਬਾਜੀ ਹਾਰ ਗਏ ਨੇ, ਉਹ ਆਤਮਕ ਮੌਤ ਤੇ ਮਰ ਗਏ। ਆਪ ਭਿੜੈ ਮਾਰੇ ਆਪ, ਆਪ ਕਾਰਜ ਰਚਿਆ। ਆਪ ਭਿੜੇ ਦਾ ਮਤਲਬ ਆਪ ਹੀ ਭਿੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ, ਆਪ ਹੀ ਉਹਨੇ ਇੱਕ ਕਾਰਜ ਰਚਿਆ ਹੋਇਆ ਹੈ ਛਿੰਝ ਦਾ, ਪ੍ਰਭੂ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਆਪ ਹੀ ਕਾਰਜ ਰਚਿਆ ਹੈ, ਯਾਨੀ ਜਗਤ ਨੂੰ ਪੈਦਾ ਕੀਤਾ ਹੈ, ਆਪ ਹੀ ਭਿੜ ਰਿਹਾ ਹੈ ਔਰ ਆਪ ਹੀ ਮਾਰ ਰਿਹਾ ਹੈ। ਮਤਲਬ ਇਹਦਾ ਇਹ ਹੈ, ਭਾਵ ਅਰਥ ਇਸ ਪੰਕਤੀ ਦਾ ਹੋਏਗਾ ਕਿ ਪ੍ਰਭੂ ਦੀ ਰਜ਼ਾ ਭਾਣੇ ਦੇ ਵਿੱਚ ਹੀ ਇਹ ਸੰਸਾਰ ਦਾ ਕਾਰਜ ਰਚਿਆ ਗਿਆ, ਸੰਸਾਰ ਬਣਿਆ ਹੈ। ਪ੍ਰਭੂ ਦੀ ਰਜ਼ਾ ਦੇ ਵਿੱਚ ਹੀ ਜੀਵ ਵਿਕਾਰਾਂ ਨਾਲ ਵੀ ਔਰ ਆਪਸ ਵਿੱਚ ਵੀ ਭਿੜ ਰਹੇ ਨੇ, ਔਰ ਪ੍ਰਭੂ ਦੀ ਰਜ਼ਾ ਦੇ ਵਿੱਚ ਹੀ ਮਾਰੇ ਜਾ ਰਹੇ। ਯਾਨੀ ਰਜ਼ਾ ਹੈ, ਭਾਣਾ ਹੈ, ਸਿਸਟਮ ਹੈ। ਹਰ ਬੰਦਾ, ਹਰ ਜੀਵ ਜੰਤ ਸਿਸਟਮ ਵਿੱਚ ਪੈਦਾ ਹੋ ਰਿਹਾ ਹੈ। ਸਿਸਟਮ ਦੇ ਅੰਦਰ ਹੀ ਭਿੜੇ ਦਾ ਮਤਲਬ ਜੀਵਨ ਜੀ ਰਿਹਾ ਹੈ, ਔਰ ਸਿਸਟਮ ਦੇ ਅੰਦਰ ਹੀ ਕੋਈ ਮਾਰਿਆ ਜਾ ਰਿਹਾ ਹੈ ਤੇ ਕੋਈ ਆਤਮਿਕ ਜੀਵਨ ਜੀ ਰਿਹਾ ਹੈ। ਜੋ ਰੱਬੀ ਰਜ਼ਾ ਨੂੰ ਸਹੀ ਢੰਗ ਦੇ ਨਾਲ ਫੋਲੋ ਕਰਦਾ ਹੈ, ਸਿਸਟਮ ਨੂੰ, ਉਹ ਜਿਹੜਾ ਹੈ ਆਪਣੇ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ। ਲੇਕਿਨ ਜਿਹੜਾ ਬੰਦਾ ਰੱਬੀ ਰਜ਼ਾ ਦੇ ਉਲਟ ਚੱਲਦਾ ਹੈ, ਉਹ ਇਸੇ ਹੁਕਮ ਦੇ ਅੰਦਰ ਆਤਮਿਕ ਮੌਤ ਤੇ ਮਰ ਜਾਂਦਾ। ਸਭਨਾ ਖਸਮ ਏਕ ਹੈ, ਗੁਰਮੁਖ ਜਾਣੀਐ। ਸਾਰੇ ਜੀਵਾਂ ਦਾ ਮਾਲਕ ਇੱਕੋ ਹੀ ਹੈ, ਪਰ ਇਸ ਗੱਲ ਦੀ ਜਿਹੜੀ ਸਮਝ ਹੈ ਉਹ ਗੁਰੂ ਰਾਹੀਂ ਆਉਂਦੀ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਿਆ ਆਉਂਦੀ ਹੈ। ਜੋ ਗੁਰੂ ਦੇ ਬਚਨਾਂ ਤੇ ਅਮਲ ਕਰਦਾ ਹੈ ਨਾ, ਉਹਦੇ ਸਮਝ ਵਿੱਚ ਇਹ ਗੱਲ ਬਹਿ ਜਾਂਦੀ ਹੈ ਕਿ ਸਾਰਿਆਂ ਦਾ ਮਾਲਕ ਇੱਕ ਹੈ। ਇਹ ਗੱਲ ਸਮਝਣ ਵਾਲੀ ਹੈ। ਵੈਸੇ ਹਰ ਧਰਮ ਦਾ ਬੰਦਾ ਇਹ ਗੱਲ ਕਹਿ ਰਿਹਾ ਕਿ ਰੱਬ ਇੱਕ ਹੈ, ਇੱਕ ਰੱਬ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਇੱਕ ਰੱਬ ਹੀ ਪਾਲਣ ਵਾਲਾ ਹੈ, ਇੱਕ ਰੱਬ ਹੀ ਦਾਤਾਂ ਦੇਣ ਵਾਲਾ ਹੈ, ਇੱਕ ਹੀ ਸਾਰਿਆਂ ਦੇ ਅੰਦਰ ਵਸ ਰਿਹਾ ਹੈ, ਸਾਰਿਆਂ ਦਾ ਮਾਲਕ ਇੱਕ ਹੈ। ਕਹਿ ਤੇ ਸਾਰੇ ਰਹੇ ਨੇ, ਲੇਕਿਨ ਇਹ ਗੱਲ ਕਹਿਣ ਵਾਲੇ ਮਨ ਕਿੰਨੇ ਕੁ ਰਹੇ ਨੇ? ਜੇ ਸਾਰਿਆਂ ਦਾ ਮਾਲਕ ਇੱਕ ਹੈ ਤਾਂ ਫਿਰ ਅਸੀਂ ਸਾਰੇ ਭੈਣ ਭਰਾ ਹਾਂ, ਫਿਰ ਰਹਿੰਦੇ ਕਿਉਂ ਨਹੀਂ ਭੈਣ ਭਰਾਵਾਂ ਦੀ ਤਰ੍ਹਾਂ? ਫਿਰ ਆ ਧਰਮਾਂ ਦੇ ਵਖੇਵੇਂ ਕਿਉਂ ਨੇ? ਇੱਕ ਧਰਮ ਦਾ ਬੰਦਾ ਦੂਜੇ ਧਰਮ ਦਾ ਵੈਰੀ ਕਿਉਂ ਹੈ? ਫਿਰ ਇੱਕ ਬੰਦੇ ਦੀ ਦੂਜੇ ਬੰਦੇ ਦੇ ਨਾਲ ਬਣਦੀ ਕਿਉਂ ਨਹੀਂ ਪਈ? ਫਿਰ ਇੱਕ ਬੰਦਾ ਦੂਜੇ ਬੰਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਿਉਂ ਨਹੀਂ ਕਰ ਰਿਹਾ? ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਇਸ ਗੱਲ ਦੀ ਸਮਝ ਗੁਰੂ ਦੇ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਉਣੀ ਸੀ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਆਉਣੀ ਸੀ। ਜੋ ਗੁਰਬਾਣੀ ਅੰਦਰ ਬਚਨ ਕਹੇ ਨੇ, ਇਹਨਾਂ ਬਚਨਾਂ ਨੂੰ ਇੰਪਲੀਮੈਂਟ ਕਰਨ ਤੋਂ ਬਾਅਦ ਸਮਝ ਆਉਣੀ ਸੀ ਕਿ ਰੱਬ ਯਾਰ ਸਾਰਿਆਂ ਦਾ ਇੱਕੋ ਹੀ ਹੈ। ਲੇਕਿਨ ਮੰਨੇ ਹੀ ਨਹੀਂ ਕਿਸੇ ਨੇ, ਇਸ ਚੀਜ਼ ਦੇ ਉੱਤੇ ਅਮਲ ਹੀ ਨਹੀਂ ਕੀਤਾ। ਸਮਝ ਗੁਰਬਾਣੀ ਰਾਹੀਂ ਆਉਣੀ ਸੀ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ।
ਤੇ ਪ੍ਰੋਬਲਮ ਕੀ ਰਹੀ, ਜੇ ਅਸੀਂ ਆਪਣੀ ਗੱਲ ਕਰੀਏ ਸਿਰਫ ਸਿੱਖ ਜਗਤ ਦੀ, ਤਾਂ ਬਹੁਤੇ ਲੋਕਾਂ ਨੇ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ, ਬਾਣੀ ਆਪ ਨਹੀਂ ਪੜ੍ਹੀ, ਬਾਣੀ ਦੇ ਅਰਥ ਆਪ ਨਹੀਂ ਵਿਚਾਰੇ, ਕਿਸੇ ਬਾਬੇ ਦੀ ਗੱਲ ਮੰਨ ਲਈ, ਦੂਜੇ ਦੀ ਗੱਲ ਮੰਨ ਲਈ, ਤੀਜੇ ਦੀ ਗੱਲ ਮੰਨ ਲਈ, ਗੁਰੂ ਦੀ ਗੱਲ ਨਹੀਂ ਮੰਨੀ ਨਾ, ਗੁਰੂ ਦੀ ਪਾਵਨ ਬਾਣੀ ਤੇ ਅਮਲ ਨਹੀਂ ਕੀਤਾ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੈ, ਉਹ ਇਸ ਚੀਜ਼ ਨੂੰ ਮੰਨ ਰਹੇ ਨੇ। ਅੱਜ ਵੀ ਇਸ ਦੁਨੀਆ ਵਿੱਚ ਬੜੇ ਐਸੇ ਲੋਕ ਨੇ ਜੋ ਇਹਨਾਂ ਵਿਤਕਰਿਆਂ ਤੋਂ ਉੱਤੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਦਾ ਖਸਮ ਇੱਕੋ ਹੀ ਹੈ, ਇੱਕ ਹੀ ਸਾਰੇ ਸੰਸਾਰ ਦੀ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਹੈ। ਪਰ ਇਸ ਗੱਲ ਦੀ ਸੂਝ ਜਿਹੜੀ ਹੈ ਗਿਆਨ ਗੁਰੂ ਰਾਹੀਂ ਆਉਂਦੀ ਹੈ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਸ ਚੀਜ਼ ਦੀ ਸਮਝ ਆਉਂਦੀ ਹੈ, ਚੀਜ਼ ਅਮਲ ਵਿੱਚ ਆਉਂਦੀ। ਹੁਕਮੀ ਲਿਖੇ ਸਿਰ ਲੇਖ, ਵਿਣ ਕਲਮ ਮਸਵਾਣੀਐ। ਮਸਵਾਣੀ ਦਾ ਮਤਲਬ ਹੁੰਦਾ ਹੈ ਦੁਆਤ, ਮਸ ਦਾ ਮਤਲਬ ਹੁੰਦਾ ਹੈ ਸਿਆਹੀ, ਮਸਵਾਣੀ ਦਾ ਮਤਲਬ ਦੁਆਤ, ਜਿਹੜੀ ਦੁਆਤ ਦੇ ਅੰਦਰ ਸਿਆਹੀ ਪਈ ਹੋਈ ਹੈ। ਹੁਕਮੀ ਦਾ ਮਤਲਬ ਹੁਕਮ ਅਨੁਸਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਹੁਕਮ ਅਨੁਸਾਰ ਹੀ ਹਰ ਇੱਕ ਜੀਵ ਦੇ ਸਿਰ ਉੱਤੇ ਕਲਮ ਦਵਾਤ ਤੋਂ ਬਿਨਾਂ ਹੀ ਰਜਾ ਦਾ ਲੇਖ ਲਿਖਿਆ ਜਾ ਰਿਹਾ ਹੈ। ਸਿਰ ਸਿਰ ਤੇ ਲੇਖ ਲਿਖਿਆ ਜਾ ਰਿਹਾ ਹੈ, ਬਿਨਾਂ ਕਲਮ ਦਵਾਤ ਤੋਂ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਲੇਖ ਲਿਖਿਆ ਜਾ ਰਿਹਾ ਹੈ, ਬਿਨਾਂ ਕਲਮ ਤੋਂ, ਬਿਨਾਂ ਦਵਾਤ ਤੋਂ। ਹੁਣ ਉਹ ਕਿਵੇਂ ਲਿਖਿਆ ਜਾ ਰਿਹਾ ਹੈ? ਸਿਆਹੀ ਦਵਾਤ ਤੋਂ, ਕਲਮ ਤੋਂ ਬਿਨਾਂ ਕਿਵੇਂ ਲਿਖਿਆ ਜਾ ਰਿਹਾ ਹੈ? ਰਜਾ ਦੇ ਵਿੱਚ, ਭਾਣੇ ਦੇ ਵਿੱਚ। ਇਹ ਚੀਜ਼ ਆਪਾਂ ਬਹੁਤ ਵਾਰ ਵਿਚਾਰ ਚੁੱਕੇ ਹਾਂ ਕਿ ਜੋ ਵੀ ਅਸੀਂ ਸੋਚਦੇ ਹਾਂ, ਜੋ ਬੋਲਦੇ ਹਾਂ, ਜੋ ਕਰਦੇ ਹਾਂ, ਸਾਡੇ ਅੰਦਰ ਸੰਸਕਾਰ ਪੈਦਾ ਹੋ ਜਾਂਦਾ ਹੈ ਔਰ ਉਹ ਸੰਸਕਾਰ ਹੌਲੇ ਹੌਲੇ ਪੱਕੇ ਹੋ ਜਾਂਦੇ ਨੇ, ਅੰਦਰ ਨਿਊਰੋਨਲ ਪੈਟਰਨ ਬਣ ਜਾਂਦੇ ਨੇ, ਸਾਡਾ ਸੁਭਾਅ ਬਣ ਜਾਂਦਾ ਹੈ, ਆਦਤ ਬਣ ਜਾਂਦੀ ਹੈ, ਤੇ ਉਸ ਆਦਤ ਮੁਤਾਬਕ ਬੰਦਾ ਜੀ ਵੀ ਜਾਂਦਾ ਹੈ। ਤੇ ਇਹ ਸਿਸਟਮ ਦੇ ਅੰਦਰ ਆਪਣੇ ਆਪ ਹੀ ਲਿਖਿਆ ਜਾ ਰਿਹਾ। ਕਰਮ ਸਾਡਾ ਹੈ, ਕਲਮ ਸਿਸਟਮ ਦੀ ਹੁਕਮ ਦੀ ਹੈ। ਜੋ ਅਸੀਂ ਲਿਖਣਾ ਚਾਹਾਂਗੇ ਲਿਖਿਆ ਉਹ ਜਾਣਾ ਹੈ, ਜੋ ਅਸੀਂ ਕਰਾਂਗੇ, ਸੋਚਾਂਗੇ, ਬੋਲਾਂਗੇ, ਲਿਖਿਆ ਉਹ ਜਾਣਾ ਹੈ, ਪੱਕਾ ਲਿਖਿਆ ਜਾਏ। ਜਿਵੇਂ ਕੋਈ ਵੀ ਐਕਟੀਵੇਟਿੰਗ ਇਵੈਂਟ ਹੈ, ਤਾਂ ਕਿਸੇ ਵੀ ਇਵੈਂਟ ਤੋਂ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਕੋਈ ਵਿਚਾਰ ਪੈਦਾ ਹੋਏਗਾ, ਸਾਡੇ ਅੰਦਰ ਬਿਲੀਫ ਸਿਸਟਮ ਬਣੇਗਾ, ਸਾਡਾ ਵਿਸ਼ਵਾਸ ਬਣੇਗਾ। ਤੇ ਜੋ ਸਾਡਾ ਬਿਲੀਫ ਸਿਸਟਮ, ਵਿਸ਼ਵਾਸ ਬਣੇਗਾ, ਉਹੋ ਜਿਹੇ ਸਾਡੇ ਅੰਦਰ ਇਮੋਸ਼ਨਸ ਪੈਦਾ ਹੋਣਗੇ। ਤੇ ਉਹ ਜੈਸਾ ਇਮੋਸ਼ਨਸ ਹੋਵੇਗਾ ਵੈਸਾ ਹੀ ਸਾਡਾ ਬਿਹੇਵੀਅਰ ਹੋਏਗਾ। ਤੇ ਜੈਸਾ ਬਿਹੇਵੀਅਰ ਹੋਏਗਾ ਉਹ ਬਿਹੇਵੀਅਰ ਇੱਕ ਨਵਾਂ ਇਵੈਂਟ ਪੈਦਾ ਕਰੇਗਾ। ਨਵੇਂ ਇਵੈਂਟ ਤੋਂ ਨਵੇਂ ਥਾਟਸ, ਬਿਲੀਫ ਸਿਸਟਮ, ਤੇ ਥਾਟਸ ਤੋਂ ਫਿਰ ਇਮੋਸ਼ਨਸ, ਇਮੋਸ਼ਨਸ ਤੋਂ ਬਿਹੇਵੀਅਰ। ਇਹ ਸਰਕਲ ਚੱਲੀ ਜਾਣਾ ਹੈ। ਇਹਨੂੰ ਕਹਿੰਦੇ ਨੇ ਹੁਕਮ ਦੇ ਅੰਦਰ ਲੇਖ ਲਿਖਣਾ, ਬਿਨਾਂ ਕਲਮ ਦਵਾਤ ਤੋਂ ਲਿਖਿਆ ਜਾ ਰਿਹਾ। ਤੇ ਲਿਖਿਆ ਉਹ ਜਾ ਰਿਹਾ ਜੋ ਅਸੀਂ ਲਿਖਵਾ ਰਹੇ ਹਾਂ। ਉਗਣਾ ਉਹ ਹੈ ਜੋ ਅਸੀਂ ਬੀਜ ਰਹੇ ਹਾਂ। ਧਰਤੀ ਨੇ ਉਗਾ ਦੇਣਾ, ਧਰਤੀ ਦਾ ਕੰਮ ਉਗਾਣਾ ਹੈ। ਉਗਾਏਗੀ ਉਹ ਧਰਤੀ, ਉਗਾਏਗੀ ਉਹ ਜੋ ਬੀਜੋਗੇ। ਸਬਕੌਂਸ਼ੀਅਸ ਮਾਈਂਡ ਤੁਹਾਡਾ ਮੰਨ ਲਓ ਇੱਕ ਧਰਤੀ ਹੈ, ਤੁਹਾਡੇ ਵਿਚਾਰ ਬੀਜ ਨੇ, ਜੋ ਬੀਜ ਬੀਜੋਗੇ ਉਹਨੂੰ ਉਗਾ ਦੇਣਾ, ਉਹਨੂੰ ਫਲ ਲੱਗ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਹੁਕਮ ਅਨੁਸਾਰ ਹਰ ਇੱਕ ਜੀਵ ਦੇ ਸਿਰ ਤੇ ਬਿਨਾਂ ਕਲਮ ਦਵਾਤ ਤੋਂ ਰਜਾ ਦੇ ਅੰਦਰ, ਹੁਕਮ ਦੇ ਅੰਦਰ ਲੇਖ ਲਿਖਿਆ ਜਾ ਰਿਹਾ ਹੈ। ਔਰ ਉਸ ਲੇਖ ਨੂੰ ਮਿਟਾਣਾ ਬਹੁਤ ਔਖਾ ਹੈ ਕਿਉਂਕਿ ਅਸੀਂ ਆਪ ਲਿਖ ਰਹੇ ਹਾਂ। ਸਤਸੰਗਤ ਮੇ ਲਾਭ, ਜਿੱਥੇ ਹਰ ਗੁਣ ਸਦਾ ਬਖਾਣੀਏ। ਸਤਸੰਗਤ ਦਾ ਮਤਲਬ ਸਤਸੰਗਤ ਵਿੱਚ, ਮਿਲਾਪ ਦਾ ਮਤਲਬ ਮਿਲਾਪ ਹੁੰਦਾ ਹੈ। ਸੱਚ ਦੀ ਸੰਗਤ ਵਿੱਚ ਜਾਇਆ ਰੱਬ ਦਾ ਮਿਲਾਪ ਹੁੰਦਾ ਹੈ। ਸਤਸੰਗ ਵਿੱਚ ਮਿਲਾਪ ਕਿਉਂ ਹੁੰਦਾ ਹੈ? ਜਿੱਥੇ ਹਰ ਗੁਣ ਸਦਾ ਬਖਾਣੀਏ, ਕਿਉਂਕਿ ਉੱਥੇ ਸਦਾ ਹਰੀ ਦੇ ਗੁਣਾਂ ਦਾ ਵਿਆਖਿਆਨ ਹੈ। ਸੱਚ ਦਾ ਵਿਆਖਿਆਨ ਹੈ, ਹਰੀ ਦੇ ਗੁਣਾਂ ਦਾ ਵਿਆਖਿਆਨ ਹੈ। ਉੱਥੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬਿਆਂ ਦੀ ਗੱਲ ਹੋ ਰਹੀ ਹੈ। ਤੇ ਜਿੱਥੇ ਹਰ ਵਕਤ ਸੱਚ ਦੀ ਗੱਲ ਹੋ ਰਹੀ ਹੈ, ਸੱਚ ਬੋਲਿਆ ਜਾ ਰਿਹਾ ਹੈ, ਸੱਚ ਸੁਣਿਆ ਜਾ ਰਿਹਾ ਹੈ, ਸੱਚ ਕਮਾਇਆ ਜਾ ਰਿਹਾ ਹੈ, ਉੱਥੇ ਸੱਚ ਦੇ ਲੇਖ ਆਟੋਮੈਟਿਕਲੀ ਲਿਖੇ ਜਾਣੇ ਨੇ, ਗੁਣਾਂ ਦੇ ਲੇਖ ਆਟੋਮੈਟਿਕਲੀ ਲਿਖੇ ਜਾਣੇ ਨੇ। ਤੇ ਗੁਣ ਗਾਣ ਵਾਲਾ ਗੁਣੀ ਦੇ ਵਿੱਚ ਹੀ ਸਮਾ ਜਾਂਦਾ ਹੈ। ਗੁਣ ਕਹੇ ਗੁਣੀ ਸਮਾਵਣਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ।
ਇਸ ਲਈ ਜਿਹੜੇ ਲੋਕ ਸੱਚ ਦੀ ਸੰਗਤ ਕਰਦੇ ਨੇ, ਹਮੇਸ਼ਾ ਹਰੀ ਦੇ ਗੁਣਾਂ ਦਾ ਵਿਆਖਿਆਨ ਕਰਦੇ ਨੇ, ਗੁਣਾਂ ਬਾਰੇ ਬੋਲਦੇ, ਗੁਣਾਂ ਬਾਰੇ ਸੋਚਦੇ, ਗੁਣਾਂ ਵਾਲਾ ਬਿਹੇਵੀਅਰ ਕਰਦੇ ਨੇ, ਉਹ ਰੱਬ ਨੂੰ ਪਾ ਲੈਂਦੇ ਨੇ, ਉਹ ਰੱਬ ਵਰਗੇ ਹੋ ਜਾਂਦੇ ਨੇ। ਤਾਂ ਪ੍ਰਭੂ ਦਾ ਮਿਲਾਪ ਸਤਸੰਗ ਵਿੱਚ ਹੋ ਸਕਦਾ ਹੈ, ਜਿੱਥੇ ਸਦਾ ਰੱਬੀ ਗੁਣਾਂ ਦਾ ਵਿਆਖਿਆਨ ਕੀਤਾ ਜਾਂਦਾ ਹੈ। ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਏ। ਸੱਚਾ ਸ਼ਬਦ ਦਾ ਮਤਲਬ ਸਦਾ ਸੱਚਾ ਉਪਦੇਸ਼ ਜਿਹੜਾ ਹੈ, ਗੁਰੂ ਦਾ ਗਿਆਨ, ਸੱਚੀ ਫਿਲਾਸਫੀ, ਸੱਚੀ ਵਿਚਾਰਧਾਰਾ, ਪ੍ਰਭੂ ਦੀ ਸਿਫਤ ਸਲਾਹ। ਤਾਂ ਗੁਰੂ ਦਾ ਸੱਚਾ ਉਪਦੇਸ਼ ਗਾ ਕੇ, ਪ੍ਰਭੂ ਦੀ ਸਿਫਤ ਸਲਾਹ ਕਰਕੇ ਸੱਚ ਪਛਾਣੀਏ ਦਾ ਮਤਲਬ ਸੱਚ ਦੀ ਪਛਾਣ ਕੀਤੀ ਜਾ ਸਕਦੀ ਹੈ। ਸੱਚ ਦੀ ਪਹਿਚਾਣ ਹੁੰਦੀ ਹੈ ਕਿ ਸੱਚ ਕੀ ਹੈ ਔਰ ਝੂਠ ਕੀ ਹੈ। ਆਮ ਜੋ ਬੰਦਾ ਹੈ ਨਾ, ਬਹੁ ਗਿਣਤੀ ਸੱਚ ਔਰ ਝੂਠ ਦੀ ਪਹਿਚਾਣ ਨਹੀਂ ਕਰ ਪਾਇਆ ਤੇ ਝੂਠ ਨੂੰ ਸੱਚ ਸਮਝ ਲਿਆ। ਹੁਣ ਜਿਸ ਬੰਦੇ ਨੇ ਝੂਠ ਨੂੰ ਸੱਚ ਸਮਝ ਲਿਆ, ਆਪਣੇ ਹਿਸਾਬ ਦੇ ਨਾਲ ਤੇ ਉਹ ਸੱਚਾ ਕਰਮ ਹੀ ਕਰ ਰਿਹਾ, ਕਿਉਂਕਿ ਉਹਨੂੰ ਸੱਚ ਸਮਝੀ ਬੈਠਾ ਨਾ, ਉਹਦੇ ਅੰਦਰ ਇਹ ਚੀਜ਼ ਬਹਿ ਗਈ ਹੈ ਕਿ ਸੱਚ ਹੈ ਤੇ ਉਹ ਕਰੀ ਜਾ ਰਿਹਾ ਹੈ, ਲੇਕਿਨ ਹੈ ਝੂਠ, ਪਛਾਣ ਨਹੀਂ ਹੈ। ਲੇਕਿਨ ਜਿਹੜਾ ਕਰਨ ਵਾਲਾ ਹੈ ਉਹ ਸੱਚ ਸਮਝ ਕੇ ਕਰ ਰਿਹਾ ਔਰ ਕਰੀ ਜਾ ਰਿਹਾ ਬੜੀ ਸ਼ਰਧਾ ਨਾਲ, ਬੜੇ ਵਿਸ਼ਵਾਸ ਨਾਲ। ਜਿਵੇਂ ਹੁਣ ਲੋਕ ਵਰਤ ਰੱਖ ਰਹੇ ਨੇ ਨਾ ਕਰਵਾ ਚੌਥ ਦਾ, ਹਾਲਾਂਕਿ ਪਤਾ ਹੈ ਕਿ ਕਰਵਾ ਚੌਥ ਦਾ ਵਰਤ ਰੱਖਣ ਨਾਲ ਪਤੀ ਦੀ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਹੁਣ ਇਹ ਗੱਲ ਕਹਿ ਰਹੇ ਹਾਂ, ਪਰ ਜਿਹੜੀਆਂ ਬੀਬੀਆਂ ਵਰਤ ਰੱਖ ਰਹੀਆਂ ਨੇ, ਉਹਨਾਂ ਦੇ ਮਨ ਵਿੱਚ ਇਹ ਬੈਠਾ ਹੋਇਆ ਹੈ ਕਿ ਵਰਤ ਰੱਖਣ ਦੇ ਨਾਲ ਉਮਰ ਵਧੇਗੀ। ਉਹ ਆਪਣੇ ਹਿਸਾਬ ਨਾਲ ਸੱਚ ਕਰ ਰਹੀਆਂ ਨੇ, ਪਰ ਸੱਚ ਹੈ ਨਹੀਂ, ਕਿਉਂਕਿ ਸੱਚ ਦੀ ਪਛਾਣ ਨਹੀਂ ਹੈ ਨਾ। ਤੀਰਥਾਂ ਤੇ ਲੋਕ ਜਾ ਰਹੇ ਨੇ, ਕੁਬਕੀਆਂ ਲਗਾ ਰਹੇ ਨੇ, ਨਹਾ ਰਹੇ ਨੇ, ਔਰ ਇਹ ਸਮਝ ਰਹੇ ਨੇ ਕਿ ਤੀਰਥ ਤੇ ਨਹਾਉਣਾ ਬਹੁਤ ਵੱਡਾ ਪੁੰਨ ਕੰਮ ਹੈ, ਪਾਪ ਉਤਰ ਜਾਂਦੇ ਨੇ। ਇਹ ਉਹਨਾਂ ਦੀ ਮਨੌਤ ਹੈ, ਆਪਣੇ ਹਿਸਾਬ ਨਾਲ ਉਹ ਠੀਕ ਕਰ ਰਹੇ ਨੇ, ਪਰ ਸੱਚ ਦੀ ਪਛਾਣ ਨਹੀਂ ਹੈ ਨਾ, ਸੱਚ ਦੀ ਸਮਝ ਨਹੀਂ ਹੈ। ਉਹ ਕਰ ਰਹੇ ਨੇ ਆਪਣੇ ਹਿਸਾਬ ਨਾਲ ਸੱਚ, ਲੇਕਿਨ ਸੱਚ ਹੈ ਨਹੀਂ, ਕਿਉਂਕਿ ਪਛਾਣ ਨਹੀਂ। ਤਾਂ ਲੋਕ ਹੁਣ ਫੁੱਲ ਤਾਰ ਰਹੇ ਨੇ ਨਾ, ਕੀਰਤਪੁਰ ਸਾਹਿਬ ਜਾ ਕੇ ਵੀ, ਗੰਗਾ ਵਿੱਚ ਕਦੀ ਕਿਤੇ, ਤੇ ਕੀਰਤਪੁਰ ਵੀ ਲੋਕ ਜਾ ਰਹੇ ਨੇ। ਹਾਲਾਂਕਿ ਸਿੱਖ ਰਹਿਤ ਮਰਿਆਦਾ ਵਿੱਚ ਉਚੇਚੇ ਤੌਰ ਤੇ ਲਿਖ ਦਿੱਤਾ ਹੈ ਕਿ ਗੰਗਾ ਜਾਂ ਪਤਾਲਪੁਰੀ ਵਿੱਚ ਜਾ ਕੇ ਫੁੱਲ ਪਾਣੇ ਇਹ ਮਨਮਤ। ਲੇਕਿਨ ਜਿਹੜੇ ਲੋਕ ਪਾ ਰਹੇ ਨੇ ਉਹ ਆਪਣੇ ਹਿਸਾਬ ਨਾਲ ਸੱਚ ਕਰ ਰਹੇ ਨੇ, ਕਿਉਂਕਿ ਉਹਨਾਂ ਵਾਸਤੇ ਉਹ ਸੱਚ ਹੈ, ਉਹਨਾਂ ਦਾ ਵਿਸ਼ਵਾਸ ਹੈ, ਉਹਨਾਂ ਨੇ ਮੰਨ ਲਿਆ ਉਸ ਚੀਜ਼ ਨੂੰ। ਹੁਣ ਆਪਣੇ ਹਿਸਾਬ ਨਾਲ ਸੱਚ ਕਰ ਰਹੇ ਨੇ, ਪਰ ਸੱਚ ਹੈ ਨਹੀਂ। ਉਹ ਕਿਉਂ ਕਰ ਰਹੇ ਨੇ? ਕਿਉਂਕਿ ਉਹਨਾਂ ਨੂੰ ਸੱਚ ਦੀ ਪਛਾਣ ਨਹੀਂ। ਉਹ ਝੂਠ ਕਰਮ ਕਰ ਰਹੇ ਨੇ ਸੱਚ ਸਮਝ ਕੇ, ਕਿਉਂਕਿ ਪਹਿਚਾਨ ਨਹੀਂ ਹੈ। ਤੇ ਜੇ ਪਹਿਚਾਨ ਨਹੀਂ ਤਾਂ ਫਿਰ ਗੜਬੜ ਹੋਏਗੀ। ਫਿਰ ਤਾਂ ਕੋਈ ਬੰਦਾ ਸੋਨਾ ਖਰੀਦ ਲਵੇਗਾ, ਪਿੱਤਲ ਨੂੰ ਸੋਨੇ ਦੇ ਰੂਪ ਵਿੱਚ ਖਰੀਦ ਲੇਗਾ, ਕਿਉਂਕਿ ਪਹਿਚਾਨ ਨਹੀਂ ਹੈ ਨਾ। ਪੀਲੀ ਚੀਜ਼ ਸਮਝ ਕੇ ਪਿੱਤਲ ਨੂੰ ਸੋਨਾ ਸਮਝ ਕੇ ਖਰੀਦ ਲਏਗਾ। ਜਿੰਨੇ ਖਰੀਦਿਆ ਹੈ ਉਹਨੇ ਸੋਨਾ ਹੀ ਖਰੀਦਿਆ ਆਪਣੇ ਹਿਸਾਬ ਨਾਲ, ਤੇ ਜਦੋਂ ਸੁਨਿਆਰੇ ਕੋਲ ਜਾਂਦਾ ਫਿਰ ਪਛਤਾਉਂਦਾ, ਉਹ ਕਹਿੰਦਾ ਵੀ ਇਹ ਤੇ ਪਿੱਤਲ ਹੈ। ਜਦੋਂ ਖਰੀਦਿਆ ਸੀ ਉਹਨੇ ਸੋਨਾ ਸਮਝ ਕੇ ਖਰੀਦਿਆ ਸੀ। ਖਰੀਦ ਕਿਉਂ ਲਿਆ? ਕਿਉਂਕਿ ਸੱਚ ਦੀ ਪਛਾਣ ਨਹੀਂ ਹੈ, ਇਸ ਕਰਕੇ ਗਲਤ ਚੀਜ਼ ਖਰੀਦ ਬੈਠਾ। ਇਸੇ ਤਰ੍ਹਾਂ ਜਿੰਨੇ ਵੀ ਆ ਲੋਕ ਕਰਮ ਕਾਂਡ ਕਰ ਰਹੇ ਨੇ, ਆਪਣੇ ਹਿਸਾਬ ਨਾਲ ਉਹ ਠੀਕ ਕਰ ਰਹੇ ਨੇ, ਪਰ ਠੀਕ ਹੈ ਨਹੀਂ। ਤੇ ਕਰ ਕਿਉਂ ਰਹੇ ਨੇ? ਕਿਉਂਕਿ ਪਛਾਣ ਨਹੀਂ ਸੱਚ ਦੀ। ਤੇ ਸੱਚ ਦੀ ਪਛਾਣ ਕਿਵੇਂ ਹੋਣੀ ਸੀ? ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਕੇ, ਗੁਰਬਾਣੀ ਪੜ੍ਹ ਕੇ। ਤੇ ਗੁਰਬਾਣੀ ਨੂੰ ਆਪ ਵਿਚਾਰਿਆ ਨਹੀਂ, ਇਸ ਕਰਕੇ ਸੱਚ ਦੀ ਪਛਾਣ ਨਹੀਂ ਹੋਈ, ਤੇ ਝੂਠ ਨੂੰ ਹੀ ਸੱਚ ਸਮਝ ਕੇ ਲੋਕਾਂ ਨੇ ਅਪਣਾ ਲਿਆ। ਤਾਂ ਗੁਰੂ ਜੀ ਕਹਿੰਦੇ ਨੇ ਸੱਚਾ ਸ਼ਬਦ ਸਲਾਹ, ਗੁਰੂ ਦੇ ਸੱਚੇ ਸ਼ਬਦ ਦੇ ਧਾਰਨੀ ਹੋ ਕੇ, ਗੁਰੂ ਦਾ ਸੱਚਾ ਉਪਦੇਸ਼ ਗਿਆਨ ਇਹਨੂੰ ਧਾਰਨ ਕਰਕੇ ਸੱਚ ਪਛਾਣੀਏ। ਸੱਚ ਦੀ ਪਛਾਣ ਹੁੰਦੀ ਹੈ ਕਿ ਸੱਚ ਕੀ ਹੈ, ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਸ਼ਲੋਕ ਮਹਿਲਾ ਤੀਜਾ। ਊਨਵ ਊਨਵ ਆਇਆ ਅਵਰ ਕਰਿੰਦਾ ਵਨ। ਊਨਮ ਦਾ ਮਤਲਬ ਹੁੰਦਾ ਹੈ ਨਿਉ ਕੇ, ਝੁਕ ਕੇ। ਅਵਰ ਦਾ ਮਤਲਬ ਹੋਰ, ਕਰਿੰਦਾ ਵਨ ਦਾ ਮਤਲਬ ਰੰਗ ਵਟਾ ਵਟਾ ਕੇ। ਤਾਂ ਬੱਦਲ ਨਿਵ ਨਿਵ ਕੇ, ਕਈ ਤਰ੍ਹਾਂ ਦੇ ਰੰਗ ਵਟਾ ਵਟਾ ਕੇ ਆਪਣੇ ਰੰਗ ਵਿਖਾ ਰਿਹਾ ਹੈ ਔਰ ਬਰਸਾਤ ਕਰ ਰਿਹਾ ਹੈ। ਬੱਦਲ ਝੁਕ ਝੁਕ ਕੇ ਅਨੇਕਾਂ ਰੰਗ ਵਿਖਾਉਂਦਾ ਹੈ ਔਰ
ਬਰਸਾਤ ਬਰਸਾਉਂਦਾ ਹੈ ਤੇ ਫਿਰ ਕੀ ਹੁੰਦਾ ਹੈ ਕਿ ਫਸਲ ਵਗੈਰਾ ਹੁੰਦੀ ਹੈ ਔਰ ਵਨਸਪਤੀ ਹਰੀ ਭਰੀ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਬੱਦਲ ਝੁਕ ਝੁਕ ਕੇ ਬਰਸਦਾ ਹੈ, ਧਰਤੀ ਦੇ ਉੱਤੇ ਸ਼ਾਂਤੀ ਵਰਤਦੀ ਹੈ, ਇਸੇ ਤਰ੍ਹਾਂ ਗੁਰੂ ਰੂਪ ਬੱਦਲ ਵੀ ਗਿਆਨ ਦਾ ਬਰਸਾਤ ਕਰਦਾ ਹੈ। ਤੇ ਜੋ ਉਸ ਗੁਰੂ ਦੀ ਕਿਰਪਾ ਰਹਿਮਤ ਗਿਆਨ ਗੁਰੂ ਦੀ ਵਿਚਾਰਧਾਰਾ ਦੇ ਨਾਲ ਭਿੱਜਦੇ ਨੇ, ਜਿਸ ਧਰਤੀ ਦੇ ਉੱਤੇ ਗੁਰੂ ਦੇ ਗਿਆਨ ਦੀ ਬਰਸਾਤ ਹੁੰਦੀ ਹੈ ਨਾ, ਉੱਥੇ ਫਿਰ ਖੁਸ਼ੀਆਂ ਖੇੜੇ ਆ ਜਾਂਦੇ ਨੇ। ਜਿਵੇਂ ਬੱਦਲ ਨੀਵਾਂ ਹੋ ਕੇ ਵਸਦਾ ਹੈ, ਜਿੱਥੇ ਜਿੱਥੇ ਬੱਦਲ ਵਸਦਾ ਹੈ ਉੱਥੇ ਉੱਥੇ ਹਰਿਆਵਲ ਹੋ ਜਾਂਦੀ ਹੈ, ਤੇ ਜਿੱਥੇ ਬੱਦਲ ਨਹੀਂ ਵਸਦਾ ਉੱਥੇ ਹਰਿਆਵਲ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਰੂਪ ਬੱਦਲ ਗਿਆਨ ਦੀ ਵਰਸ਼ਾ ਕਰ ਰਿਹਾ ਹੈ, ਤੇ ਜਿਨ੍ਹਾਂ ਹਿਰਦਿਆਂ ਤੇ ਬਰਸਾਤ ਹੋ ਜਾਂਦੀ ਉਹ ਹਿਰਦੇ ਹਰੇ ਭਰੇ ਹੋ ਜਾਂਦੇ ਨੇ, ਤੇ ਜਿਹੜੇ ਹਿਰਦੇ ਬਰਸਾਤ ਤੋਂ ਵਾਂਝੇ ਨੇ ਉਹ ਸੁੱਕੇ ਰਹਿ ਜਾਂਦੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨੇ ਕਿਸੇ ਤੇ ਬਰਸਾਤ ਨਹੀਂ ਕੀਤੀ, ਅਸੀਂ ਆਪ ਹੀ ਆਪਣੇ ਉੱਤੇ ਛਤਰੀ ਤਾਣ ਲਈ, ਅਸੀਂ ਆਪ ਹੀ ਗੁਰੂ ਦੀ ਬਰਸਾਤ ਵਾਸਤੇ ਆਪਣੇ ਹਿਰਦੇ ਨੂੰ ਖੁੱਲਾ ਨਹੀਂ ਕੀਤਾ। ਗੁਰੂ ਜੀ ਤਾਂ ਹਰ ਵਕਤ ਬਰਸਾਤ ਬਰਸਾ ਰਹੇ ਨੇ, ਰਹਿਮਤ ਕਰ ਰਹੇ ਨੇ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਗੁਰੂ ਜੀ ਦੀ ਪਾਵਨ ਬਾਣੀ ਤੇ ਸਾਰਿਆਂ ਨੂੰ ਸੁਣਾਈ ਦੇ ਰਹੀ ਹੈ। ਪਰ ਜਿਹੜੇ ਇਸ ਗਿਆਨ ਨੂੰ ਮੰਨ ਲੈਂਦੇ ਨੇ ਉਹਨਾਂ ਦੇ ਹਿਰਦੇ ਹਰੇ ਭਰੇ ਹੋ ਜਾਂਦੇ ਨੇ, ਤੇ ਜੋ ਇਸ ਤੋਂ ਵਾਂਝੇ ਰਹਿ ਜਾਂਦੇ ਨੇ, ਨਹੀਂ ਮੰਨਦੇ ਭਾਈ, ਉਹਨਾਂ ਦਾ ਆਤਮਿਕ ਜੀਵਨ ਨਹੀਂ ਮੌਲਦਾ। ਕਿਆ ਜਾਣਾ ਤਿਸ ਸ਼ਾਹ ਸਿਉ ਕੇਵ ਰਹਿਸੀ ਰੰਗ, ਕੇਵ ਰਹਿਸੀ ਕਿਵੇਂ ਰਹੇਗੀ, ਪ੍ਰੀਤ ਨਿਭੇਗੀ। ਸਿਉ ਦਾ ਮਤਲਬ ਨਾਲ, ਕੇਵ ਦਾ ਮਤਲਬ ਕਿਵੇਂ, ਰੰਗ ਦਾ ਮਤਲਬ ਪਿਆਰ। ਪਰ ਕੀ ਪਤਾ ਮੇਰਾ ਉਸ ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ। ਗੁਰੂ ਤਾਂ ਬਰਸਾਤ ਬਰਸਾ ਰਿਹਾ ਹੈ, ਰੱਬ ਤਾਂ ਬਰਸਾਤ ਬਰਸਾ ਰਿਹਾ ਹੈ, ਚਾਰ ਚਫੇਰੇ ਕਿਰਪਾ ਦੀ ਬਰਸਾਤ ਹੋ ਰਹੀ ਹੈ। ਧਰਤੀ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼, ਗੰਗਾਵਾਂ, ਧੀਆਂ, ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ ਤੇ ਸਾਰਾ ਕੁਝ ਅਨੰਤ ਅਨੰਤ ਦਾਤਾਂ ਬਰਸ ਰਹੀਆਂ ਨੇ, ਮਿਲੀਆਂ ਹੋਈਆਂ ਨੇ। ਰਹਿਮਤ ਦੀ ਬਰਸਾਤ ਤਾਂ ਹੋ ਰਹੀ ਹੈ, ਹਰ ਇੱਕ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ। ਪਰ ਹੁਣ ਬੰਦੇ ਨੂੰ ਨਹੀਂ ਪਤਾ ਕਿ ਮੇਰਾ ਪਿਆਰ ਰੱਬ ਦੇ ਨਾਲ ਕਿਵੇਂ ਰਹੇਗਾ। ਕਿਆ ਜਾਣਾ ਤੇ ਸ਼ਾਹ ਸਿਉ ਕੇਵ ਰਹਿਸੀ ਰੰਗ, ਕੀ ਪਤਾ ਕਿ ਮੇਰਾ ਪਿਆਰ ਰੱਬ ਦੇ ਨਾਲ ਕਿਵੇਂ ਬਣਿਆ ਰਹਿ ਸਕਦਾ ਹੈ। ਹੁਣ ਪਤਾ ਹੋਣਾ ਚਾਹੀਦਾ ਨਾ ਕਿ ਪਿਆਰ ਕੀ ਹੈ, ਪਿਆਰ ਕਿਵੇਂ ਬਣਿਆ ਰਹਿ ਸਕਦਾ ਹੈ, ਰੱਬ ਦੀ ਪ੍ਰੀਤ ਕੀ ਹੈ ਔਰ ਉਹ ਪ੍ਰੀਤ ਕਿਵੇਂ ਮਿਲੇਗੀ, ਪਤਾ ਹੀ ਨਹੀਂ ਹੈ, ਆਮ ਬੰਦੇ ਨੂੰ ਨਹੀਂ ਪਤਾ। ਤਾਂ ਗੁਰੂ ਜੀ ਅਗਲਾ ਬਚਨ ਕਰਦੇ ਨੇ ਕਿ ਕਿੰਨਾ ਦਾ ਪਿਆਰ ਰਹਿੰਦਾ ਹੈ, ਪਿਆਰ ਕਿਵੇਂ ਰਹੇਗਾ। ਰੰਗ ਰਹਿਆ ਤਿਨ ਕਾਮਣੀ, ਜਿਨ ਮਨ ਭਉ ਭਾਉ ਹੋਏ। ਹੁਣ ਇਸ ਪੰਕਤੀ ਵਿੱਚ ਸਪਸ਼ਟ ਕਰ ਰਹੇ ਨੇ ਕਿ ਕਿਰਪਾ ਸਭ ਦੇ ਉੱਤੇ ਬਰਸ ਰਹੀ ਹੈ, ਚਾਰ ਚੁਫੇਰੇ ਬਰਸ ਰਹੀ ਹੈ। ਹਰ ਇਨਸਾਨ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਹਰ ਇਨਸਾਨ ਦੇ ਅੰਦਰ ਪੋਸਿਬਿਲਿਟੀਜ਼ ਨੇ, ਹਰ ਇੱਕ ਦੇ ਅੰਦਰ ਪਿਆਰ ਹੈ। ਪਰ ਉਹ ਪਿਆਰ ਨਿਭਦਾ ਕਿੰਨਾ ਦਾ ਹੈ, ਜਾਂ ਕਿੰਨਾ ਦੇ ਅੰਦਰ ਜਿਹੜਾ ਹੈ ਉਹ ਪਿਆਰ ਜਿਹੜਾ ਹੈ ਰਹਿ ਸਕਦਾ ਹੈ। ਰੰਗ ਰਹਿਆ ਤਿਨ ਕਾਮਣੀ, ਜਿਨ ਮਨ ਭਉ ਭਾਉ ਹੋਏ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਇਸਤਰੀਆਂ ਦੇ ਮਨ ਦੇ ਅੰਦਰ ਪ੍ਰਭੂ ਦਾ ਭਉ ਹੈ, ਔਰ ਭਾਉ ਦਾ ਮਤਲਬ ਪ੍ਰੇਮ ਹੈ, ਅਦਬ ਹੈ, ਉਹਨਾਂ ਦਾ ਪਿਆਰ ਨਿਭ ਜਾਂਦਾ ਹੈ। ਰੰਗ ਰਹਿਆ ਤਿਨ ਕਾਮਣੀ, ਉਸ ਜੀਵ ਇਸਤਰੀ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਦਾ ਅਦਬ ਹੈ, ਡਰ ਹੈ, ਅਦਬ ਹੈ, ਉਹਨਾਂ ਦਾ ਪਿਆਰ ਕਾਇਮ ਰਹਿੰਦਾ ਹੈ। ਤੇ ਜਿਨ੍ਹਾਂ ਦੇ ਅੰਦਰ ਅਦਬ ਹੀ ਨਹੀਂ ਹੈ, ਡਰ ਹੀ ਨਹੀਂ ਹੈ, ਉਹਨਾਂ ਦਾ ਪਿਆਰ ਕਾਇਮ ਨਹੀਂ ਰਹੇਗਾ ਨਾ। ਤਾਂ ਸਾਨੂੰ ਸਾਡੇ ਅੰਦਰ ਡਰ ਹੋਵੇ। ਡਰ ਕਾਹਦਾ? ਕਿ ਜੇ ਮੈਂ ਝੂਠ ਬੋਲਿਆ ਤੇ ਗੁਰੂ ਜੀ ਨਾਰਾਜ਼ ਹੋ ਜਾਣਗੇ, ਜੇ ਮੈਂ ਆ ਮਾੜਾ ਕਰਮ ਕੀਤਾ ਤੇ ਰੱਬ ਦੀ ਕਰੋਪੀ ਦਾ ਸ਼ਿਕਾਰ ਹੋ ਜਾਵਾਂਗਾ, ਜੇ ਮੈਂ ਇਹ ਗਲਤ ਕਰਮ ਕੀਤਾ ਤਾਂ ਮੈਂ ਗੁਰੂ ਤੋਂ ਦੂਰ ਚਲਿਆ ਜਾਵਾਂਗਾ। ਡਰ ਹੈ ਨਾ, ਮਨ ਦੇ ਅੰਦਰ ਹੋਣਾ ਚਾਹੀਦਾ। ਦੂਜਾ, ਅਦਬ ਮਨ ਦੇ ਅੰਦਰ ਹੋਵੇ, ਭਉ ਭਾਉ ਅਦਬ। ਜਿਨ੍ਹਾਂ ਦੇ ਅੰਦਰ ਅਦਬ ਹੋਏਗਾ ਉਹ ਮਾੜਾ ਕਰਮ ਕਰੇਗਾ ਹੀ ਨਹੀਂ। ਜੇ ਅਦਬ ਹੋਏਗਾ ਗੁਰੂ ਦਾ, ਤੇ ਸ਼ਰਾਬ ਬੰਦਾ ਪੀਵੇਗਾ ਹੀ ਨਹੀਂ, ਝੂਠ ਬੰਦਾ ਬੋਲੇਗਾ ਹੀ ਨਹੀਂ। ਤਾਂ ਜਿਨ੍ਹਾਂ ਦੇ ਅੰਦਰ ਡਰ ਅਦਬ ਹੈ, ਉਹਨਾਂ ਦਾ ਪਿਆਰ ਕਾਇਮ ਰਹਿੰਦਾ ਹੈ, ਉਹ ਪ੍ਰਭੂ ਦੇ ਨਾਲ ਪਿਆਰ ਬਣਾਈ ਰੱਖਦੇ ਨੇ। ਜਿਨ ਮਨ ਭਉ
ਤਿਨਾ ਮਨ ਭਾਉ। ਨਾਨਕ ਭੈ ਪਾਏ ਬਾਹਰੀ, ਤਿਨ ਤਨ ਸੁਖ ਨਾ ਹੋਏ। ਭੈ ਪਾਏ ਬਾਹਰੀ ਦਾ ਮਤਲਬ ਜੋ ਡਰ ਔਰ ਅਦਬ ਤੋਂ ਰਹਿਤ ਨੇ, ਸੱਖਣੀਆਂ ਨੇ। ਤਿੰਨ ਤਨ ਦਾ ਮਤਲਬ ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੇ ਜੀਵਨ ਵਿੱਚ ਸੁੱਖ ਨਾ ਹੋਏ ਦਾ ਮਤਲਬ ਸੁੱਖ ਨਹੀਂ ਹੁੰਦਾ। ਜੋ ਡਰ ਔਰ ਪਿਆਰ ਤੋਂ ਵਾਂਝੀਆਂ ਜੀਵ ਇਸਤਰੀਆਂ ਨੇ, ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਹੁੰਦਾ, ਕਦੇ ਵੀ ਨਹੀਂ ਸੁੱਖ ਹੁੰਦਾ। ਜੇ ਰੱਬੀ ਗੁਣਾਂ ਦਾ ਪਿਆਰ ਨਹੀਂ, ਜੇ ਗੁਰੂ ਦਾ ਡਰ ਅਦਬ ਨਹੀਂ ਹੈ, ਤੇ ਜੋ ਮਰਜ਼ੀ ਬੰਦਾ ਝੂਠ ਬੋਲੀ ਜਾ ਰਿਹਾ ਹੈ, ਨਸ਼ੇ ਕਰੀ ਜਾ ਰਿਹਾ ਹੈ, ਵਿਕਾਰ ਕਮਾਈ ਜਾ ਰਿਹਾ ਹੈ, ਚੋਰੀਆਂ ਕਰੀ ਜਾ ਰਿਹਾ ਹੈ, ਆਚਰਨਹੀਣ ਹੋ ਗਿਆ ਹੈ, ਤਾਂ ਉਹਦੇ ਜੀਵਨ ਵਿੱਚ ਸੁੱਖ ਤੇ ਰਹਿ ਗਈ ਨਹੀਂ। ਸੁੱਖ ਤੇ ਗੁਣਾ ਕਰਕੇ ਹੈ ਨਾ, ਸ਼ਾਂਤੀ ਗੁਣਾ ਕਰਕੇ ਹੈ। ਪਿਆਰ, ਮੁਹੱਬਤ, ਇਨਸਾਨੀਅਤ, ਨਿਮਰਤਾ, ਇਹਨਾਂ ਗੁਣਾ ਕਰਕੇ ਹੀ ਸ਼ਾਂਤੀ ਹੈ। ਤੇ ਜੇ ਜ਼ਿੰਦਗੀ ਦੇ ਅੰਦਰ ਇਹ ਗੁਣ ਹੀ ਨਹੀਂ, ਤਾਂ ਸੁੱਖ ਕਿੱਥੇ, ਸ਼ਾਂਤੀ ਕਿੱਥੇ। ਮਹਿਲਾ ਤੀਜਾ। ਊਨਵ ਊਨਵ ਆਇਆ, ਵਰਸੈ ਨੀਰ ਨਿਪੰਗ। ਨਿਪੰਗ, ਪੰਗ ਸ਼ਬਦ ਬਣਿਆ ਹੈ ਪੰਕ ਤੋਂ। ਪੰਕ ਦਾ ਮਤਲਬ ਹੁੰਦਾ ਹੈ ਚਿੱਕੜ, ਤੇ ਨਿਪੰਗ ਦਾ ਮਤਲਬ ਚਿੱਕੜ ਤੋਂ ਰਹਿਤ, ਸਾਫ਼ ਸੁਥਰਾ। ਇੱਥੇ ਨਿਪੰਗ ਦਾ ਮੀਨਿੰਗ ਹੈ ਸਾਫ਼ ਸੁਥਰਾ, ਚਿੱਕੜ ਰਹਿਤ। ਊਨਮ ਊਨਵ ਆਇਆ ਦਾ ਮਤਲਬ ਝੁਕ ਝੁਕ ਕੇ ਬੱਦਲ ਨੀਵਾਂ ਹੋ ਕੇ ਆਉਂਦਾ ਹੈ। ਬੱਦਲ ਨੀਵਾਂ ਹੋ ਕੇ ਆਉਂਦਾ ਹੈ ਤੇ ਸਾਫ਼ ਪਾਣੀ ਬਰਸਾਉਂਦਾ ਹੈ। ਬੱਦਲ ਝੁਕ ਝੁਕ ਕੇ ਵਰਸਦਾ ਹੈ, ਝੜੀ ਲਗਾਉਂਦਾ ਹੈ, ਸਾਫ਼ ਨਿਰਮਲ ਪਾਣੀ ਬਰਸਾਉਂਦਾ ਹੈ, ਜਿਸ ਦੇ ਨਾਲ ਫਸਲਾਂ ਹਰੀਆਂ ਹੁੰਦੀਆਂ ਨੇ, ਨਦੀਆਂ ਨਾਲਿਆਂ ਵਿੱਚ ਪਾਣੀ ਆਉਂਦਾ ਹੈ, ਜੀਵ ਜੰਤ ਸੁਖੀ ਔਰ ਸ਼ਾਂਤ ਵਸਦੇ ਨੇ। ਪਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਈਆਂ ਬਾਝੋਂ ਸੌਣ ਧਰਿਆਈਆਂ, ਹੁਣ ਗੁਰੂ ਰੂਪ ਬੱਦਲ ਬਰਸਾਤ ਬਰਸਾ ਰਿਹਾ ਹੈ ਔਰ ਨਿਰਮਲ ਗਿਆਨ ਦੀ ਦਾਤ ਦੇ ਰਿਹਾ ਹੈ। ਪਰ ਜੇ ਹੁਣ ਕੋਈ ਇਸ ਨਿਰਮਲ ਗਿਆਨ ਨੂੰ ਵਰਤੇ ਹੀ ਨਾ, ਬਰਸਾਤ ਦੇ ਅੰਦਰ ਵੀ ਕੋਈ ਛਤਰੀ ਤਾਣ ਕੇ ਖੜ ਜਾਏ, ਬਰਸਾਤ ਵਿੱਚ ਕੋਈ ਰੇਨ ਕੋਟ ਪਾ ਲਵੇ, ਬਰਸਾਤ ਦੇ ਵਿੱਚ ਨਾ ਬਾਹਰ ਨਿਕਲਣ ਦੀ ਬਜਾਏ ਬਰਾਂਡੇ ਵਿੱਚ ਖੜ ਜਾਏ, ਤੇ ਬਰਸਾਤ ਦਾ ਆਨੰਦ ਨਹੀਂ ਮਾਣ ਪਾਏਗਾ ਨਾ। ਇਸੇ ਤਰ੍ਹਾਂ ਗੁਰੂ ਦੇ ਗਿਆਨ ਨੂੰ ਹਾਸਲ ਕਰਨ ਵਾਸਤੇ ਸਾਨੂੰ ਆਪਣੇ ਉੱਤੋਂ ਈਗੋ ਦੀ ਛਤਰੀ ਤਾਂ ਲਾਣੀ ਪੈਗੀ ਨਾ, ਆਪਣੇ ਮਨ ਦੀ ਮੱਤ ਤੇ ਤਿਆਗਣੀ ਹੋਵੇਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਦੁੱਖ ਲੱਗਾ ਤਿਨ ਕਾਮਣੀ, ਜਿਨ ਕੰਤੈ ਸਿਉ ਮਨ ਭੰਗ। ਭੰਗ ਦਾ ਮਤਲਬ ਤੋਟ, ਵਿਛੋੜਾ। ਮਨ ਦਾ ਮਤਲਬ ਮਨ ਵਿੱਚ। ਹੇ ਨਾਨਕ, ਉਹਨਾਂ ਜੀਵ ਇਸਤਰੀਆਂ ਨੂੰ ਫਿਰ ਵੀ ਦੁੱਖ ਵਿਆਪ ਰਿਹਾ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਨਾਲੋਂ ਵਿਛੋੜਾ ਹੈ। ਬੱਦਲ ਚਾਰ ਚੁਫੇਰੇ ਵਸ ਰਿਹਾ, ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਰੱਬ ਸਭ ਦੇ ਅੰਦਰ ਬਰਸਾਤ ਕਰ ਰਿਹਾ ਹੈ, ਸੁੱਖਾਂ ਦੀ, ਖੁਸ਼ੀਆਂ ਦੀ, ਗੁਣਾਂ ਦੀ। ਜਿਹੜੀ ਬੇਨਤੀ ਮੈਂ ਰੋਜ਼ ਕਰ ਰਿਹਾ ਕਿ ਦੁਨੀਆ ਦਾ ਇੱਕ ਵੀ ਇਨਸਾਨ ਐਸਾ ਨਹੀਂ ਜਿਹੜਾ ਇਹ ਕਹੇ ਕਿ ਮੇਰੇ ਅੰਦਰ ਗੁਣਾਂ ਦੀ ਪੋਸੀਬਿਲਿਟੀ ਹੀ ਨਹੀਂ ਹੈ, ਮੈਂ ਸੱਚ ਬੋਲ ਹੀ ਨਹੀਂ ਸਕਦਾ, ਮੇਰੇ ਅੰਦਰ ਤੇ ਸੱਚ ਦਾ ਪੁਰਜਾ ਹੀ ਨਹੀਂ ਹੈ, ਮੇਰੇ ਅੰਦਰ ਗੁਣ ਨਹੀਂ ਹੈ। ਹਰ ਇਨਸਾਨ ਦੇ ਅੰਦਰ ਗੁਣ ਮੌਜੂਦ ਨੇ। ਹਰ ਸਮੇਂ, ਹਰ ਥਾਂ ਤੇ ਬੰਦਾ ਗੁਣਾਂ ਨੂੰ ਯੂਜ਼ ਕਰ ਸਕਦਾ ਹੈ। ਹਰ ਘਰ ਪਰਿਵਾਰ ਵਿੱਚ, ਹਰ ਥਾਂ ਤੇ, ਹਰ ਇਨਸਾਨ ਦੇ ਨਾਲ ਅਸੀਂ ਪਿਆਰ ਮੁਹੱਬਤ ਨਾਲ, ਨਿਮਰਤਾ ਨਾਲ, ਇਮਾਨਦਾਰੀ ਦੇ ਨਾਲ ਰਹਿ ਸਕਦੇ ਹਾਂ। ਔਰ ਇਹਨਾਂ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਵੀ ਪੈਦਾ ਹੋ ਸਕਦਾ ਹੈ। ਇਸ ਗੱਲ ਦੇ ਨਾਲ ਸਹਿਮਤ ਹੋ ਸਾਰੇ? ਸਿਰ ਹਿਲਾ ਕੇ ਦੱਸੋ ਹਾਂ ਜਾਂ ਨਹੀਂ। ਹੈ ਨਾ? ਹੋ ਸਕਦਾ ਨਾ ਐਸਾ? ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ। ਇਹਦਾ ਮਤਲਬ ਰੱਬ ਤੇ ਹਰ ਥਾਂ ਤੇ ਸੁੱਖਾਂ ਦੀ ਬਰਸਾਤ ਕਰਦਾ ਹੈ, ਝੜੀ ਲਾਈ ਪਈ ਹੈ, ਅੰਦਰ ਖਜ਼ਾਨੇ ਭਰੇ ਪਏ ਨੇ। ਪਰ ਫਿਰ ਵੀ ਦੁਖੀ ਅਸੀਂ ਕਿਉਂ ਹਾਂ? ਦੁਖੀ ਉਹ ਨੇ ਜਿਨ ਕੰਤੈ ਸਿਉ ਮਨ ਭੰਗ, ਜਿਨ੍ਹਾਂ ਦੇ ਮਨ ਦੇ ਅੰਦਰ ਰੱਬ ਨਾਲੋਂ ਦੂਰੀ ਹੈ, ਜਿਨ੍ਹਾਂ ਨੇ ਆਪਣੇ ਮਨ ਵਿੱਚ ਇਹਨਾਂ ਗੁਣਾਂ ਨਾਲੋਂ ਦੂਰੀ ਬਣਾਈ ਹੋਈ ਹੈ, ਸੱਚ ਨਾਲੋਂ ਦੂਰੀ ਬਣਾ ਲਈ, ਦਇਆ ਨਾਲੋਂ ਦੂਰੀ ਬਣਾ ਲਈ, ਨਿਮਰਤਾ ਨਾਲੋਂ ਦੂਰੀ ਬਣਾ ਲਈ। ਇਹਨਾਂ ਗੁਣਾਂ ਦੇ ਨਾਲ ਤੇ ਸਾਂਝ ਹੀ ਨਹੀਂ ਹੈ। ਤੇ ਜਿਨ੍ਹਾਂ ਦੀ ਗੁਣਾਂ ਦੇ ਨਾਲ ਸਾਂਝ ਨਹੀਂ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਹੈ। ਜਿਨ੍ਹਾਂ ਨੇ ਛਤਰੀ ਤਾਣੀ ਹੋਈ ਹੈ, ਬਰਸਾਤ ਦੇ ਵਿੱਚ ਵੀ ਉਹ ਸੁੱਕੇ ਹੀ ਰਹਿ ਜਾਂਦੇ। ਤਾਂ ਗੁਰੂ ਜੀ ਕਹਿੰਦੇ ਨੇ, ਭਾਈ
ਦੁੱਖ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਰੱਬ ਨਾਲੋਂ ਦੂਰੀ ਹੈ, ਰੱਬੀ ਗੁਣਾਂ ਦੇ ਨਾਲੋਂ ਦੂਰੀ ਹੈ। ਪੌੜੀ ਦੋਵੇਂ ਤਰਫਾਂ ਉਪਾਏ ਇੱਕ ਵਰਤਿਆ। ਦੋਵੇਂ ਤਰਫਾਂ ਦਾ ਮਤਲਬ ਵਿਦਵਾਨਾਂ ਨੇ ਇਹਦੇ ਕਈ ਸਾਰੇ ਅਰਥ ਲਏ ਨੇ ਕਿ ਇੱਕ ਸੰਸਾਰੀ ਮਾਰਗ ਔਰ ਇੱਕ ਤਿਆਗ ਵਾਲਾ ਮਾਰਗ। ਸੰਸਾਰ ਵਿੱਚ ਰਹਿਣਾ ਔਰ ਤਿਆਗ ਕਰ ਜਾਣਾ, ਇਹਦਾ ਇੱਕ ਮੀਨਿੰਗ ਇਹ ਲਿਆ ਹੈ, ਦੀਨ ਔਰ ਦੁਨੀ ਵਾਲਾ ਰਾਹ। ਦੂਜਾ ਮੀਨਿੰਗ ਲਿਆ ਹੈ ਗੁਰਮੁਖ ਔਰ ਮਨਮੁਖ ਵਾਲਾ ਪਾਸਾ, ਯਾਨੀ ਚੰਗਾ ਮਾੜਾ ਪਾਸਾ। ਤੇ ਤੀਜਾ ਜੋ ਮੀਨਿੰਗ ਹੈ ਉਹ ਹੈ ਜਨਮ ਔਰ ਮਰਨ ਦੋਵੇਂ ਪਾਸੇ, ਜੀਵਨ ਵਾਲਾ ਪਾਸਾ ਵੀ ਤੇ ਮੌਤ ਵਾਲਾ ਪਾਸਾ ਵੀ। ਦੋ ਪਾਸੇ ਨੇ ਨਾ ਸਾਡੇ ਜੀਵਨ ਦੇ। ਸਾਡਾ ਜੀਵਨ ਸ਼ੁਰੂ ਹੋਇਆ ਜਨਮ ਤੋਂ ਤੇ ਸਾਡੇ ਜੀਵਨ ਦਾ ਐਂਡ ਹੋ ਜਾਣਾ ਹੈ ਮੌਤ। ਇਹ ਦੋ ਪਾਸੇ ਹੋ ਗਏ ਨਾ ਸਾਡੇ ਜੀਵਨ ਦੇ, ਜਨਮ ਔਰ ਮੌਤ। ਔਰ ਦੂਜਾ ਹੈ ਸੁਖ ਔਰ ਦੁੱਖ। ਤਾਂ ਇਹਦਾ ਮਤਲਬ ਕਿ ਸਾਰਾ ਸੰਸਾਰ ਪ੍ਰਭੂ ਨੇ ਉਪਾਇਆ ਹੈ, ਸਾਰੇ ਸੰਸਾਰ ਦਾ ਮਾਲਕ ਆਪ ਹੈ ਤੇ ਆਪ ਇੱਕ ਵਰਤ ਰਿਹਾ ਹੈ ਚਾਰ ਚੁਫੇਰੇ। ਜਿਹੜੇ ਮਰਜ਼ੀ ਇਹਦੇ ਮੀਨਿੰਗ ਤੁਸੀਂ ਲੈ ਲਓ, ਦੋਵੇਂ ਪਾਸੇ, ਚਾਹੇ ਉਹਨੂੰ ਚੰਗਾ ਮਾੜਾ ਪਾਸਾ ਲੈ ਲਓ, ਦੀਨ ਔਰ ਦੁਨੀ ਦਾ ਪਾਸਾ ਲੈ ਲਓ, ਗੁਰਮੁਖ ਔਰ ਮਨਮੁਖ ਵਾਲਾ ਪਾਸਾ ਲੈ ਲਓ। ਮਤਲਬ ਕਿ ਸਾਰੀ ਲੁਕਾਈ, ਪੂਰਾ ਸੰਸਾਰ ਪੈਦਾ ਕਰਕੇ ਇੱਕ ਵਰਤਿਆ ਦਾ ਮਤਲਬ ਆਪ ਅੰਦਰ ਇੱਕ ਵਰਤ ਰਿਹਾ ਹੈ, ਇੱਕ ਰੱਬ ਦਾ ਹੁਕਮ ਵਰਤ ਰਿਹਾ ਹੈ, ਇੱਕ ਪ੍ਰਭੂ ਆਪ ਸਮਾਇਆ ਹੋਇਆ ਹੈ। ਬੇਦ ਬਾਣੀ ਵਰਤਾਏ ਅੰਦਰ ਵਾਦ ਕਤਿਆ। ਬੇਦ ਬਾਣੀ ਦਾ ਮਤਲਬ ਧਾਰਮਿਕ ਉਪਦੇਸ਼, ਬੇਦ ਬਾਣੀ। ਵਰਤਾਏ ਦਾ ਮਤਲਬ ਮਨਾਂ ਦੇ ਵਿੱਚ ਵਰਤਾ ਕੇ, ਅੰਦਰ ਵਾਦ ਕਤਿਆ। ਇਸ ਤਰ੍ਹਾਂ ਵਾਦ ਵਿਵਾਦ ਝਗੜਾ ਵੀ ਪੈਦਾ ਕੀਤਾ ਹੈ, ਯਾਨੀ ਬੇਦ ਬਾਣੀ ਵਰਤਾਏ। ਇੱਥੇ ਹੁਣ ਬੇਦ ਬਾਣੀ ਦਾ ਜੋ ਅਰਥ ਹੈ, ਭਾਵ ਅਰਥ, ਬੇਦ ਦਾ ਮਤਲਬ ਗਿਆਨ, ਬਾਣੀ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ। ਤਾਂ ਪ੍ਰਭੂ ਨੇ ਇਸ ਸੰਸਾਰ ਦੇ ਅੰਦਰ ਗਿਆਨ ਵੀ ਪੈਦਾ ਕੀਤਾ ਹੈ ਔਰ ਇੱਥੇ ਸਿਫਤ ਸਲਾਹ ਰੱਬੀ ਗੁਣ ਵੀ ਪੈਦਾ ਕੀਤੇ ਨੇ। ਗਿਆਨ ਔਰ ਸਿਫਤ ਸਲਾਹ ਗੁਣ ਵਰਤਾਏ ਨੇ ਇਸ ਦੁਨੀਆ ਵਿੱਚ। ਪਰ ਬੰਦਾ ਜਿਹੜਾ ਹੈ ਉਹ ਗੁਣਾਂ ਨਾਲੋਂ ਟੁੱਟ ਕੇ ਅੰਦਰ ਵਾਦ ਘੱਤਿਆ। ਇਹਨੇ ਆਪਣੇ ਅੰਦਰ ਵਾਦ ਵਿਵਾਦ ਘੱਤ ਲਿਆ, ਵਾਦ ਵਿਵਾਦ ਪਾ ਲਿਆ। ਗਿਆਨ ਨੂੰ ਛੱਡ ਦਿੱਤਾ ਹੈ, ਸਿਫਤ ਸਲਾਹ ਨੂੰ ਛੱਡ ਦਿੱਤਾ ਹੈ ਤੇ ਆਪਣੇ ਅੰਦਰ ਵਾਦ ਪੈਦਾ ਕਰ ਲਿਆ, ਵਿਵਾਦ ਪੈਦਾ ਕਰ ਲਿਆ ਹੈ। ਰੱਬੀ ਹੁਕਮ ਦੇ ਵਿੱਚ ਹੀ ਹੈ ਨਾ। ਪ੍ਰਭੂ ਨੇ ਤਾਂ ਗਿਆਨ ਪੈਦਾ ਕੀਤਾ ਹੈ, ਗਿਆਨ ਦੀ ਦਾਤ ਦਿੱਤੀ ਹੈ ਔਰ ਸਿਫਤ ਸਲਾਹ ਦੀ ਬਾਣੀ ਦਿੱਤੀ ਹੈ। ਹੁਣ ਬੰਦਾ ਇਸ ਗਿਆਨ ਨੂੰ ਗਲਤ ਵਰਤੇ, ਗਿਆਨ ਦੀ ਵਰਤੋਂ ਗਲਤ ਕਰੇ, ਤਾਂ ਫਿਰ ਇਹਦੇ ਅੰਦਰ ਵਾਦ ਵਿਵਾਦ ਪੈਦਾ ਹੋ ਜਾਣਗੇ। ਦੇਖੋ, ਲੜਾਈਆਂ ਝਗੜੇ ਗਿਆਨ ਨਾਲ ਹੀ ਹੁੰਦੇ ਨੇ ਨਾ। ਇੱਕ ਦੂਜੇ ਦੀ ਚੁਗਲੀ ਕਰਨੀ, ਕਿਸੇ ਤੋਂ ਰਿਸ਼ਵਤ ਲੈਣੀ, ਮਿਲਾਵਟਾਂ ਕਰਨੀਆਂ, ਇਹ ਸਾਰੇ ਗਿਆਨ ਤੇ ਹੈ ਹੀ ਹੈ ਨਾ, ਲੇਕਿਨ ਗਿਆਨ ਦੀ ਦੁਰਵਰਤੋਂ ਹੈ। ਗਿਆਨ ਦੀ ਦੁਰਵਰਤੋਂ ਕਰੋਗੇ ਤਾਂ ਵਾਦ ਵਿਵਾਦ ਹੈ, ਤੇ ਜੇ ਗਿਆਨ ਦੀ ਵਰਤੋਂ ਗੁਣਾਂ ਲਈ ਕਰੇ ਤੇ ਵਾਦ ਵਿਵਾਦ ਖਤਮ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਨੇ ਗਿਆਨ ਔਰ ਸਿਫਤ ਸਲਾਹ ਦੀ ਬਾਣੀ ਪੈਦਾ ਕੀਤੀ ਹੈ, ਪਰ ਮਨੁੱਖ ਨੇ ਬਾਣੀ ਔਰ ਗਿਆਨ ਨਾਲੋਂ ਟੁੱਟ ਕੇ ਆਪਣੇ ਅੰਦਰ ਵਾਦ ਵਿਵਾਦ ਪੈਦਾ ਕੀਤਾ ਹੋਇਆ ਹੈ। ਪਰ ਵਿਰਤ ਨਿਰਵਿਰਤ ਹਾਠਾਂ ਦੋਵੇਂ ਵਿੱਚ ਧਰਮ ਫਿਰੇ ਰਹਿ ਬਾਰਿਆ। ਇਸ ਪੰਕਤੀ ਦਾ ਵਿਸ਼ਰਾਮ ਸੁਣ ਲਓ। ਪਰ ਵਿਰਤ ਨਿਰਵਿਰਤ ਹਾਠਾ ਦੋਵੇਂ ਵਿੱਚ ਧਰਮ ਫਿਰੇ ਰਹਿ ਬਾਰਿਆ। ਪਰ ਵਿਰਤ ਦਾ ਮਤਲਬ ਦੁਨੀਆ ਵਿੱਚ ਮਨ ਦਾ ਫਸ ਜਾਣਾ, ਯਾਨੀ ਗ੍ਰਸਤੀ ਜ਼ਿੰਦਗੀ ਜੀਣੀ, ਦੁਨੀਆ ਦੇ ਵਿੱਚ ਜ਼ਿੰਦਗੀ ਜੀਣੀ, ਇਹਨੂੰ ਕਹਿੰਦੇ ਨੇ ਪਰਵਿਰਤ। ਤੇ ਨਿਰਵਿਰਤ ਦਾ ਮਤਲਬ ਹੁੰਦਾ ਹੈ ਦੁਨੀਆ ਵੱਲੋਂ ਮਨ ਵੱਖਰਾ ਕਰ ਲੈਣਾ, ਤਿਆਗ ਦੇਣਾ। ਇੱਕ ਉਹ ਲੋਕ ਨੇ ਜੋ ਦੁਨੀਆ ਦੇ ਅੰਦਰ ਫਸੇ ਪਏ ਨੇ, ਇੱਕ ਉਹ ਲੋਕ ਨੇ ਜੋ ਦੁਨੀਆ ਨੂੰ ਛੱਡ ਹੀ ਗਏ ਨੇ। ਹਾਠਾਂ ਦਾ ਮਤਲਬ ਤਰਫਾਂ, ਪਾਸੇ, ਇਹ ਦੋ ਪਾਸੇ ਨੇ। ਰਹਿਬਾਰਿਆ ਦਾ ਮਤਲਬ ਰਹਿਬਰ, ਵਕੀਲ, ਵਿਚੋਲਾ। ਜਗਤ ਦੇ ਧੰਦਿਆਂ ਵਿੱਚ ਖਚਤ ਹੋਣਾ ਔਰ ਜਗਤ ਤੋਂ ਨਿਰਲੇਪ ਰਹਿਣਾ, ਇਹ ਦੋਵੇਂ ਪਾਸੇ ਨੇ। ਤੇ ਇਹਨਾਂ ਦੋਵਾਂ ਪਾਸਿਆਂ ਦੇ ਵਿੱਚ ਧਰਮ ਰੂਪ ਹੋ ਕੇ ਆਪ ਹੀ ਵਿਚੋਲਾ ਬਣਿਆ ਹੋਇਆ ਹੈ। ਧਰਮ ਦਾ ਮਤਲਬ
ਕੁਦਰਤ ਦਾ ਇੱਕ ਬਜਵਾਂ ਨਿਯਮ, ਕੁਦਰਤ ਦਾ ਬਜਵਾਂ ਨਿਯਮ ਰੂਪ ਹੋ ਕੇ ਆਪ ਹੀ ਵਿੱਚ ਵਿਚੋਲਾ ਬਣਿਆ ਹੋਇਆ ਹੈ, ਆਪ ਹੀ ਵਕੀਲ ਬਣਿਆ ਹੋਇਆ ਹੈ। ਯਾਨੀ ਜੋ ਧਰਮ ਹੈ, ਜੋ ਨਿਯਮ ਹੈ, ਉਹ ਮਾਨੋ ਇੱਕ ਵਕੀਲ ਹੈ, ਉਹ ਮਾਨੋ ਇੱਕ ਵਿਚੋਲਾ ਹੈ, ਜਿਨੇ ਸਾਡੇ ਕਰਮਾਂ ਦਾ ਫੈਸਲਾ ਕਰਨਾ ਹੈ, ਚੰਗਿਆਂ ਦਾ ਔਰ ਮਾੜਿਆਂ ਦਾ, ਚਾਹੇ ਉਹ ਪ੍ਰਵਿਰਤੀ ਨੇ, ਚਾਹੇ ਉਹ ਨਿਰਵਿਰਤੀ ਨੇ। ਹੁਣ ਪ੍ਰਵਿਰਤੀ ਦਾ ਮਤਲਬ ਹੁੰਦਾ ਹੈ ਕਿ ਸੰਸਾਰ ਦੇ ਵਿੱਚ ਕਰਮ ਕਰਨ ਵਾਲਾ। ਤਿੰਨ ਤਰ੍ਹਾਂ ਦੇ ਲੋਕ ਨੇ, ਚਾਰ ਤਰ੍ਹਾਂ ਦੇ। ਇੱਕ ਉਹ ਨੇ ਜੋ ਇਸ ਦੁਨੀਆ ਦੇ ਅੰਦਰ ਅਗਿਆਨਤਾ ਭਰੇ ਕਰਮ ਕਰ ਰਹੇ ਨੇ, ਪਾਪ ਕਰਮ ਕਰ ਰਹੇ ਨੇ। ਦੂਜੇ ਲੋਕ ਉਹ ਨੇ ਜੋ ਚੰਗੇ ਕਰਮ ਕਰ ਰਹੇ ਨੇ। ਤੀਜੇ ਲੋਕ ਉਹ ਨੇ ਜੋ ਸੰਸਾਰ ਨੂੰ ਛੱਡ ਹੀ ਗਏ ਨੇ। ਤੇ ਚੌਥੇ ਲੋਕ ਉਹ ਨੇ ਜਿਨ੍ਹਾਂ ਨੇ ਸੰਸਾਰ ਨੂੰ ਛੱਡਿਆ ਨਹੀਂ, ਪਾਪ ਕਰਮ ਵੀ ਨਹੀਂ ਕਰਦੇ, ਤੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਬਿਲਕੁਲ ਨਿਰਲੇਪ ਨੇ, ਬਿਲਕੁਲ ਨਿਰਲੇਪ ਨੇ। ਤਿੰਨ ਤਰ੍ਹਾਂ ਦੇ ਲੋਕ ਨੇ ਨਾ, ਰਜਗੁਣ, ਤਮਗੁਣ ਔਰ ਸਤਗੁਣ। ਪਹਿਲੇ ਉਹ ਲੋਕ ਜੋ ਲਾਲਚ ਅਧੀਨ ਕਰਮ ਕਰਦੇ ਨੇ। ਦੂਜੇ ਲੋਕ ਉਹ ਜੋ ਅਗਿਆਨਤਾ ਭਰੇ ਕਰਮ ਕਰ ਰਹੇ ਨੇ, ਕਰਮਕਾਂਡ ਆਦਿਕ। ਤੀਜੇ ਲੋਕ ਉਹ ਜੋ ਸੰਸਾਰ ਨੂੰ ਛੱਡ ਹੀ ਗਏ ਨੇ। ਤੇ ਚੌਥੇ ਉਹ ਨੇ ਜਿਹੜੇ ਨਾ ਤੇ ਅਗਿਆਨਤਾ ਵਾਲੇ ਕਰਮ ਕਰਦੇ ਨੇ, ਨਾ ਪਾਪ ਕਰਮ ਕਰਦੇ ਨੇ, ਨਾ ਸੰਸਾਰ ਨੂੰ ਛੱਡ ਕੇ ਗਏ ਨੇ, ਸਗੋਂ ਸੰਸਾਰ ਵਿੱਚ ਰਹਿੰਦਿਆਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਜ਼ਿੰਦਗੀ ਜੀ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਦਾ ਤਿਆਗ ਕਰਨਾ ਔਰ ਸੰਸਾਰ ਵਿੱਚ ਖਚਤ ਹੋਣਾ, ਇਹ ਦੋਵੇਂ ਪਾਸੇ ਨੇ। ਇਹਨਾਂ ਦੋਵਾਂ ਪਾਸਿਆਂ ਮਤਲਬ ਦੋਵਾਂ ਕਿਸਮ ਦੇ ਲੋਕਾਂ ਦੇ ਅੰਦਰ ਜੋ ਕੁਦਰਤ ਦਾ ਬਜਵਾਂ ਨਿਯਮ ਹੈ, ਉਹ ਮਾਨੋ ਵਿਚੋਲਾ ਹੋ ਕੇ ਪ੍ਰਭੂ ਆਪ ਹੀ ਵਿਚਰ ਰਿਹਾ ਹੈ। ਮਨਮੁਖ ਕੱਚੇ ਕੂੜਿਆਰ ਤਿਨੀ ਨੇਚੋਂ ਦਰਗਾਹ ਹਾਰਿਆ। ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਨੇ। ਕੂੜਿਆਰ ਦਾ ਮਤਲਬ ਕੂੜ ਦੇ ਵਪਾਰੀ। ਕੂੜ ਦੇ ਵਪਾਰੀ ਦਾ ਮਤਲਬ ਜੋ ਝੂਠ ਫਰੇਬ ਕਮਾ ਰਹੇ ਨੇ, ਜਿਨ੍ਹਾਂ ਦੀ ਜ਼ਿੰਦਗੀ ਦਾ ਬੇਸ ਝੂਠ ਹੈ, ਲੋਭ ਹੈ, ਲਾਲਚ ਹੈ। ਆਪ ਹੁਦਰੇ ਲੋਕ ਨੇ, ਕੂੜ ਦੇ ਵਪਾਰੀ ਨੇ, ਕੱਚੇ ਨੇ। ਜੀਵਨ ਮਾਰਗ ਤੇ ਪਹੁੰਚਣ ਵਾਲੇ, ਜੀਵਨ ਦੀ ਮੰਜ਼ਿਲ ਤੇ ਪਹੁੰਚਣ ਵਾਲੇ ਨਹੀਂ ਹਨ। ਤਿੰਨ ਨਿਹਚੋਂ ਦਰਗਹਿ ਹਾਰਿਆ। ਨਿਹਚੋਂ ਦਾ ਮਤਲਬ ਜ਼ਰੂਰੀ, ਪੱਕੇ ਤੌਰ ਤੇ। ਉਹ ਪ੍ਰਭੂ ਦੇ ਦਰ ਤੇ ਪੱਕੇ ਤੌਰ ਤੇ ਯਕੀਨਨ ਜੀਵਨ ਬਾਜੀ ਹਾਰ ਜਾਂਦੇ ਨੇ। ਉਹਨਾਂ ਦਾ ਜੀਵਨ ਸਫਲ ਨਹੀਂ ਹੁੰਦਾ, ਉਹ ਆਪਣੇ ਜੀਵਨ ਬਾਜੀ ਨੂੰ ਹਾਰ ਕੇ ਜਾਂਦੇ ਨੇ ਸੰਸਾਰ ਤੋਂ। ਗੁਰਮਤੀ ਸ਼ਬਦ ਸੂਰ ਹੈ, ਕਾਮ ਕ੍ਰੋਧ ਜਿਨੀ ਮਾਰਿਆ। ਸੂਰ ਦਾ ਮਤਲਬ ਸੂਰਮੇ। ਗੁਰਮਤੀ ਸ਼ਬਦ ਸੂਰ ਹੈ, ਕਾਮ ਕ੍ਰੋਧ ਜਿਨੀ ਮਾਰਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਸੂਰਮੇ ਬਣ ਗਏ, ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਲੋਭ ਨੂੰ ਮਾਰ ਲਿਆ। ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਨੇ ਜ਼ਿੰਦਗੀ ਜੀਵੀ, ਜਿਨ੍ਹਾਂ ਨੇ ਗੁਰੂ ਸ਼ਬਦ ਦਾ ਆਸਰਾ ਲਿਆ, ਗੁਰੂ ਦੀ ਮੱਤ ਦਾ ਆਸਰਾ ਲਿਆ, ਉਹ ਸੂਰਮੇ ਮਨੁੱਖ ਨੇ। ਉਹਨਾਂ ਨੇ ਕਾਮ ਕ੍ਰੋਧ ਲੋਭ ਨੂੰ ਮਾਰ ਲਿਆ ਹੈ। ਭਾਵ ਕਾਮ ਕ੍ਰੋਧ ਲੋਭ ਆਦਿਕ ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਹੈ। ਇਹਦੇ ਵਿੱਚ ਉਹ ਖਚਤ ਨਹੀਂ ਹੋਏ, ਇਹਨਾਂ ਦੇ ਪ੍ਰਭਾਵਾਂ ਤੋਂ ਉਹ ਬਚ ਗਏ ਨੇ। ਸੱਚੇ ਅੰਦਰ ਮਹਿਲ ਸ਼ਬਦ ਸਵਾਰਿਆ। ਮਹਿਲ ਦਾ ਮਤਲਬ ਹਜ਼ੂਰੀ ਵਿੱਚ, ਸਵਾਰਿਆ ਦਾ ਮਤਲਬ ਸੁਰਖਰੂ ਹੋ ਗਏ। ਉਹ ਗੁਰ ਸ਼ਬਦ ਦੇ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਗਏ। ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਰਿਹਾ। ਉਹ ਰੱਬੀ ਰਜ਼ਾ ਦੇ ਅੰਦਰ, ਰੱਬ ਦੇ ਦਰ ਤੇ ਪ੍ਰਵਾਨ ਹੋ ਗਏ ਔਰ ਸੱਚੇ ਸ਼ਬਦ ਦੀ ਰਾਹੀਂ, ਗੁਰੂ ਦੇ ਸ਼ਬਦ ਦੀ ਰਾਹੀਂ, ਉਪਦੇਸ਼ ਦੀ ਰਾਹੀਂ ਜੀਵਨ ਬਿਤਾਨ ਕਰਕੇ ਰੱਬੀ ਰਜ਼ਾ ਦੇ ਅੰਦਰ ਉਹ ਸੁਰਖਰੂ ਹੋ ਗਏ। ਉਹਨਾਂ ਦਾ ਜੀਵਨ ਪ੍ਰਵਾਨ ਹੋ ਗਿਆ। ਸੇ ਭਗਤ ਤੁਧ ਭਾਵੰਦੇ, ਸੱਚੇ ਨਾਏ ਪਿਆਰਿਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਨੇ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਹੁਕਮ ਵਿੱਚ ਪਿਆਰ ਪਾਉਂਦੇ ਨੇ। ਨਾਏ ਦਾ ਮਤਲਬ ਹੈ ਹੁਕਮ, ਨਾਮ ਦਾ ਮਤਲਬ ਹੁਕਮ। ਸੇ ਭਗਤ ਤੁਧ ਭਾਵੰਦੇ, ਉਹ ਪਿਆਰੇ ਭਗਤ ਤੈਨੂੰ ਪਿਆਰੇ ਲੱਗਦੇ ਨੇ, ਭਾਉਂਦੇ ਨੇ। ਕਿਹੜੇ ਪਿਆਰੇ ਲੱਗਦੇ ਨੇ? ਸੱਚੇ ਨਾਏ ਪਿਆਰਿਆ, ਜੋ ਤੇਰੇ ਸੱਚੇ ਹੁਕਮ ਦੇ ਅੰਦਰ ਪਿਆਰ ਪਾਉਂਦੇ ਨੇ, ਜਿਨ੍ਹਾਂ ਦਾ ਤੇਰੀ ਰਜ਼ਾ ਦੇ ਨਾਲ ਪਿਆਰ ਹੈ। ਯਾਨੀ ਜੋ ਪਿਆਰ ਦੇ ਨਾਲ ਤੇਰੀ ਰਜ਼ਾ ਵਿੱਚ ਜ਼ਿੰਦਗੀ ਜੀਂਦੇ ਨੇ, ਅਸਲੀ ਤੇਰੇ ਭਗਤ ਉਹ ਨੇ ਔਰ ਉਹਨਾਂ ਨੂੰ ਤੇਰਾ ਪਿਆਰ
ਨਸੀਬ ਹੁੰਦਾ ਹੈ। ਸਤਿਗੁਰ ਸੇਵਨ ਆਪਣਾ, ਤਿਨਾਂ ਵਿਟਹੁ ਹਉ ਵਾਰਿਆ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਜੋ ਮਨੁੱਖ ਆਪਣੇ ਸਤਿਗੁਰ ਦੇ ਦੱਸੇ ਰਾਹ ਤੇ ਤੁਰਦੇ ਨੇ, ਜੋ ਗੁਰੂ ਦੇ ਦੱਸੇ ਜੀਵਨ ਜਾਚ ਨੂੰ ਅਪਣਾਉਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਹਾਂ, ਮੈਂ ਉਹਨਾਂ ਤੋਂ ਵਾਰ ਨੇ ਸਦਕੇ ਹਾਂ। ਸ਼ਲੋਕ ਮਹਿਲਾ ਤੀਜਾ। ਊਨਵ ਊਨਵ ਆਇਆ, ਵਰਸੈ ਲਾਏ ਝੜੀ। ਲਾਏ ਦਾ ਮਤਲਬ ਲਾ ਕੇ, ਊਨਵ ਦਾ ਮਤਲਬ ਝੁਕ ਝੁਕ ਕੇ। ਬੱਦਲ ਝੁਕ ਝੁਕ ਕੇ ਵਰਸਦਾ ਹੈ ਔਰ ਝੜੀ ਲਾਂਦਾ ਹੈ, ਝੜੀ ਲਾ ਕੇ ਵਰਸ ਰਿਹਾ ਹੈ। ਤੇ ਜਦੋਂ ਸੌਣ ਭਾਦਰੋਂ ਦੇ ਅੰਦਰ ਝੜੀ ਲੱਗਦੀ ਹੈ ਨਾ, ਤਾਂ ਕਿੰਨਾ ਸੁਹਾਵਣਾ ਜਿਹਾ ਮੌਸਮ ਹੁੰਦਾ ਹੈ। ਨਦੀਆਂ ਨਾਲਿਆਂ ਦੇ ਵਿੱਚ ਪਾਣੀ ਹੁੰਦਾ ਹੈ, ਚਾਰ ਚੁਫੇਰੇ ਹਰਿਆਵਲ ਹੈ, ਔਰ ਠੰਡੀਆਂ ਠੰਡੀਆਂ ਹਵਾਵਾਂ ਚੱਲਦੀਆਂ ਨੇ, ਔਰ ਕਿੰਨਾ ਸੁਹਾਵਣਾ ਮੌਸਮ, ਮਨਮੋਹਕ ਜਿਹਾ ਮੌਸਮ ਹੁੰਦਾ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਬੱਦਲ ਝੁਕ ਝੁਕ ਕੇ ਵਰਸਦਾ ਹੈ, ਝੜੀ ਲਾਂਦਾ ਹੈ, ਤਾਂ ਬੜਾ ਸੁਹਾਵਣਾ ਮੌਸਮ ਹੈ। ਪਰ ਸਾਰਿਆਂ ਨੂੰ ਉਹ ਮੌਸਮ ਸੁੱਖ ਨਹੀਂ ਦਿੰਦਾ, ਸਿਰਫ ਮੌਸਮ ਕਰਕੇ ਸੁੱਖ ਨਹੀਂ ਹੋਏਗਾ। ਨਾਨਕ ਭਾਣੈ ਚੱਲੇ ਕੰਤ ਕੈ, ਸੋ ਮਾਣੇ ਸਦਾ ਰਲੀ। ਰਲੀ ਦਾ ਮਤਲਬ ਆਨੰਦ, ਰਲੀਆਂ ਮੰਨਣਾ, ਰੰਗ ਰਲੀਆਂ, ਆਨੰਦ। ਭਾਣੇ ਦਾ ਮਤਲਬ ਹੁਕਮ ਵਿੱਚ, ਕਿ ਹੇ ਨਾਨਕ, ਜੋ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਦਾ ਹੈ ਉਹ ਉਸ ਆਨੰਦ ਨੂੰ ਮਾਣਦਾ ਹੈ। ਜੋ ਰਜ਼ਾ ਭਾਣੇ ਦੇ ਵਿੱਚ ਤੁਰਦਾ ਹੈ ਉਹ ਆਨੰਦ ਨੂੰ ਮਾਣਦਾ ਹੈ। ਤਾਂ ਇੱਥੇ ਬੱਦਲ ਦਾ ਪ੍ਰਮਾਣ ਲਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇੱਥੇ ਗੁਰੂ ਰੂਪ ਜੋ ਬੱਦਲ ਹੈ ਨਾ, ਉਹ ਉਪਦੇਸ਼ ਕਰ ਰਿਹਾ ਹੈ। ਗੁਰੂ ਨੇ ਉਪਦੇਸ਼ ਦੀ ਝੜੀ ਲਾਈ ਹੋਈ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰੂ ਪਾਤਸ਼ਾਹ ਨੇ ਗਿਆਨ ਦੀ ਝੜੀ ਲਾਈ ਹੈ। ਚਾਰ ਚੁਫੇਰੇ ਗੁਰੂ ਦਾ ਗਿਆਨ ਬਰਸ ਰਿਹਾ ਹੈ। ਲੇਕਿਨ ਸਾਰਿਆਂ ਨੂੰ ਇਹ ਗਿਆਨ ਜਿਹੜਾ ਹੈ ਸੁਖ ਸ਼ਾਂਤੀ ਨਹੀਂ ਦਿੰਦਾ। ਸਾਰੇ ਇਸ ਗਿਆਨ ਤੋਂ ਲਾਭ ਨਹੀਂ ਲੈਂਦੇ। ਲਾਭ ਕਿਹਨਾਂ ਨੂੰ ਮਿਲਦਾ ਹੈ? ਆਨੰਦ ਕੌਣ ਮਾਣਦੇ ਨੇ ਇਸ ਝੜੀ ਦਾ, ਇਸ ਗਿਆਨ ਦੀ ਝੜੀ ਦਾ? ਨਾਨਕ ਭਾਣੈ ਚੱਲੇ ਕੰਤ ਕੈ। ਜਿਹੜੇ ਲੋਕ ਗੁਰੂ ਦੇ ਇਸ ਗਿਆਨ ਦੀ ਝੜੀ ਦੇ ਉਪਦੇਸ਼ ਨੂੰ ਸੁਣ ਕੇ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਉਸ ਗਿਆਨ ਨੂੰ ਇੰਪਲੀਮੈਂਟ ਕਰਦੇ ਨੇ, ਸੋ ਮਾਣੈ ਸਦਾ ਰਲੀ, ਉਹ ਫਿਰ ਆਨੰਦ ਮਾਣਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਖੇੜੇ ਆਉਂਦੇ ਨੇ, ਜੋ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ। ਮਹਿਲਾ ਤੀਜਾ। ਕਿਆ ਉਠ ਉਠ ਦੇਖੋ ਬਪੁੜੇ, ਇਸ ਮੇਘ ਹੈ ਹੱਥ ਕਿਛ ਨਾਹੀਂ। ਬਪੁੜੇ ਦਾ ਮਤਲਬ ਵਿਚਾਰਾ, ਵਿਚਾਰੇ ਬੰਦੇ। ਮੇਘ ਦਾ ਮਤਲਬ ਬੱਦਲ, ਮੇਘੇ ਹੱਥ ਦਾ ਮਤਲਬ ਬੱਦਲ ਦੇ ਹੱਥ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਭਾਈ, ਬੱਦਲ ਨੂੰ ਉੱਠ ਉੱਠ ਕੇ ਕੀ ਵੇਖਦੇ ਹੋ? ਇਸ ਮੇਘੇ ਹੱਥ ਕਿਛ ਨਾ ਹੈ, ਇਸ ਬੱਦਲ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਬੱਦਲ ਦੇ ਹੱਥ ਵਿੱਚ ਕੁਝ ਨਹੀਂ ਹੈ। ਜਿਨ ਇਹ ਮੇਘ ਪਠਾਇਆ, ਤਿਸ ਰਾਖੋ ਮਨ ਮਾਹੇ। ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਨਾ, ਉਸ ਮਾਲਕ ਨੂੰ ਆਪਣੇ ਮਨ ਦੇ ਅੰਦਰ ਰੱਖੋ, ਉਹਨੂੰ ਯਾਦ ਰੱਖੋ। ਹੁਣ ਅਸੀਂ ਕਹਾਂਗੇ ਕਿ ਬੱਦਲ ਦੇ ਹੱਥ ਵਿੱਚ ਤੇ ਬਹੁਤ ਕੁਛ ਹੈ। ਬੱਦਲ ਵਰਖਾ ਕਰਦਾ ਹੈ, ਵਰਖਾ ਵਾਸਤਵ ਚ ਕਰਦਾ ਹੈ, ਲੇਕਿਨ ਬੱਦਲ ਸਿਸਟਮ ਤੋਂ ਬਿਨਾਂ ਤੇ ਨਹੀਂ ਨਾ ਉੱਡਦਾ। ਸਿਸਟਮ ਹੈ ਨਾ ਕਿ ਹਵਾ ਦਾ ਦਾਬ ਵਧੇਗਾ, ਗਰਮੀ ਪੈਗੀ, ਹਵਾ ਦਾ ਦਾਬ ਵਧੇਗਾ, ਪਾਣੀ ਵਾਸ਼ਪ ਬਣ ਕੇ ਆਕਾਸ਼ ਵਿੱਚ ਉੱਡੇਗਾ। ਉਹ ਜਿਹੜੀ ਪਾਣੀ ਹੈ ਉਹ ਅੱਗੇ ਚੱਲ ਕੇ ਪਹਾੜਾਂ ਦੇ ਨਾਲ ਟਕਰਾਏਗਾ, ਜਾਂ ਉਹਨੂੰ ਹੋਰ ਠੰਡਕ ਮਿਲੇਗੀ, ਫਿਰ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਵਰਸੇਗਾ। ਸਿਸਟਮ ਹੈ ਨਾ। ਸਿਸਟਮ ਤੋਂ ਬਿਨਾਂ ਤੇ ਬੱਦਲ ਨਹੀਂ ਬਣ ਸਕਦੇ, ਸਿਸਟਮ ਤੋਂ ਬਿਨਾਂ ਤੇ ਬੱਦਲ ਨਹੀਂ ਵਰਸ ਸਕਦੇ। ਤਾਂ ਗੁਰੂ ਜੀ ਕਹਿੰਦੇ ਨੇ ਨਿਰਾ ਬੱਦਲ ਨੂੰ ਨਾ ਵੇਖੋ, ਉਸ ਹੁਕਮ ਨੂੰ ਸਮਝੋ, ਸਿਸਟਮ ਨੂੰ ਸਮਝੋ। ਜਿਸ ਸਿਸਟਮ ਦੇ ਅੰਦਰ ਇਹ ਬੱਦਲ ਚੱਲ ਰਿਹਾ ਹੈ, ਵਰਸ ਰਿਹਾ ਹੈ, ਕਿੱਥੋਂ ਸਮੁੰਦਰਾਂ ਚੋਂ ਪਾਣੀ ਭਾਪ ਬਣ ਕੇ, ਵਾਸ਼ਪ ਬਣ ਕੇ ਉਤਾਂ ਆਕਾਸ਼ ਵਿੱਚ ਉੱਡਦਾ ਤੇ ਅੱਗੇ ਫਿਰ ਧਰਤੀ ਤੇ ਪਹਾੜਾਂ ਦੇ ਉੱਤੇ ਵਰਸਦਾ ਹੈ। ਇਹ ਸਿਸਟਮ ਹੈ। ਜਿਸ ਸਿਸਟਮ ਵਿੱਚ ਬੱਦਲ ਵਰਸ ਰਿਹਾ ਹੈ, ਉਸ ਸਿਸਟਮ ਨੂੰ ਸਮਝੋ। ਸਾਰਾ ਸੰਸਾਰ ਉਸ ਸਿਸਟਮ ਦੇ ਅੰਦਰ ਹੈ। ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਬ੍ਰਹਿਮੰਡ ਤੱਕ, ਸੂਰਜ ਹੈ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ ਨੇ। ਉਸ ਸਿਸਟਮ ਨੂੰ ਸਮਝੋ, ਉਸ ਹੁਕਮ ਨੂੰ ਸਮਝੋ।
ਜਿਹਦੇ ਸਿਸਟਮ ਦੇ ਅੰਦਰ ਇਹ ਬੱਦਲ ਚੱਲ ਰਿਹਾ ਹੈ। ਜੇ ਹੁਕਮ ਨੂੰ ਸਮਝੋਗੇ, ਹੁਕਮ ਵਿੱਚ ਰਹੋਗੇ, ਫਿਰ ਤੁਹਾਡੇ ਜੀਵਨ ਦੇ ਅੰਦਰ ਵਿਕਾਸ ਹੋਏਗਾ, ਤੁਹਾਡੇ ਜੀਵਨ ਦੇ ਅੰਦਰ ਖੁਸ਼ੀਆਂ ਦੀ ਬਰਸਾਤ ਹੋਵੇਗੀ। ਤੇ ਜੇ ਹੁਕਮ ਤੋਂ ਵਾਂਝੇ ਰਹਿ ਗਏ ਤਾਂ ਫਿਰ ਨਹੀਂ। ਇਸ ਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ, ਜਿਹਦੇ ਉੱਤੇ ਰੱਬ ਰਹਿਮਤ ਕਰਦਾ ਹੈ ਉਸ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਰੱਬੀ ਗੁਣਾਂ ਨੂੰ ਮਨ ਵਿੱਚ ਵਸਾ ਲੈਂਦਾ ਹੈ। ਮਨ ਵਿੱਚ ਵਸਾਉਣ ਦਾ ਮਤਲਬ ਕਿ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਰੱਬੀ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾ ਲੈਂਦਾ ਹੈ, ਆਪਣੀ ਮਾਨਸਿਕਤਾ ਦੇ ਅੰਦਰ ਵਸਾ ਲੈਂਦਾ ਹੈ, ਆਪਣੇ ਜੀਵਨ ਦੇ ਅੰਦਰ ਉਹਨਾਂ ਚੀਜ਼ਾਂ ਨੂੰ ਧਾਰਨ ਕਰ ਲੈਂਦਾ ਹੈ। ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ। ਕਰਨ ਪਲਾਹ ਦਾ ਮਤਲਬ ਹੁੰਦਾ ਹੈ ਕਾਰੁਣੇ ਪ੍ਰਲਾਪ। ਕਾਰੁਣੇ ਪ੍ਰਲਾਪ ਦਾ ਮਤਲਬ ਵਿਰਲਾਪ ਕਰਨਾ, ਤਰਲੇ ਕੀਰਨੇ ਕਰਨੇ, ਤਰਲੇ ਲੈਣੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਹਰੀ ਦੀ ਮਿਹਰ ਤੋਂ ਵਾਂਝੇ ਨੇ, ਉਹ ਸਾਰੀ ਸ੍ਰਿਸ਼ਟੀ ਕਰੁਣਾ ਪ੍ਰਲਾਪ ਕਰ ਰਹੀ ਹੈ। ਭਾਵ ਲੋਕ ਤਰਲੇ ਲੈ ਰਹੇ ਨੇ, ਵਿਲਕ ਰਹੇ ਨੇ, ਦੁਖੀ ਹੋ ਰਹੇ ਨੇ, ਕਿਰਪਾ ਤੋਂ ਜਿਹੜੇ ਵਾਂਝੇ ਨੇ। ਹਾਲਾਂਕਿ ਸੁੱਖ ਹਰ ਥਾਂ ਤੇ ਬਰਸ ਰਿਹਾ ਹੈ, ਗੁਣ ਹਰ ਇਨਸਾਨ ਦੇ ਅੰਦਰ ਨੇ। ਮੈਂ ਬੇਨਤੀਆਂ ਬਾਰ-ਬਾਰ ਕਰ ਰਿਹਾ, ਕਿਰਪਾ ਸਾਰਿਆਂ ਦੇ ਉੱਤੇ ਹੈ। ਹਰ ਇੱਕ ਨੂੰ ਰੱਬ ਨੇ ਦਿਮਾਗ ਦਿੱਤਾ ਹੈ। ਹਰ ਇਨਸਾਨ ਇੱਕੋ ਧਰਤੀ ਤੇ ਜੀ ਰਿਹਾ ਹੈ। ਸੂਰਜ ਹੈ, ਚੰਦਰਮਾ ਹੈ, ਹਵਾ ਹੈ, ਪੌਣ ਪਾਣੀ ਆਦਿਕ ਸਾਰਿਆਂ ਨੂੰ ਬਰਾਬਰ ਮਿਲੇ ਨੇ। ਸਾਰਿਆਂ ਨੂੰ 24 ਘੰਟੇ ਦਾ ਸਮਾਂ ਮਿਲ ਰਿਹਾ ਹੈ। ਨਦੀਆਂ, ਨਾਲੇ, ਦਰਿਆ, ਸਾਰਾ ਕੁਛ, ਇੰਨਾ ਕੁਛ, ਸਭ ਕੁਛ। ਹਰ ਇਨਸਾਨ ਦੇ ਅੰਦਰ ਬਹੁਤ ਵੱਡੀਆਂ ਪੋਸਿਬਿਲਿਟੀਜ਼ ਨੇ, ਸੰਭਾਵਨਾਵਾਂ ਨੇ। ਹਰ ਇੱਕ ਦੇ ਅੰਦਰ ਰੱਬੀ ਗੁਣ ਨੇ। ਲੇਕਿਨ ਫਿਰ ਵੀ ਲੋਕ ਦੁਖੀ ਕਿਉਂ ਨੇ? ਕਿਉਂਕਿ ਉਸ ਕਿਰਪਾ ਨੂੰ ਵਰਤ ਨਹੀਂ ਰਹੇ, ਰੱਬੀ ਕਿਰਪਾ ਤੋਂ ਵਾਂਝੇ ਨੇ। ਬਰਸਾਤ ਹੁੰਦਿਆਂ ਵੀ ਬਰਸਾਤ ਤੋਂ ਵਾਂਝੇ ਨੇ। ਗੁਣ ਅੰਦਰ ਹੁੰਦਿਆਂ ਹੋਇਆਂ ਵੀ ਉਹਨਾਂ ਗੁਣਾਂ ਨੂੰ ਵਰਤੋਂ ਨਾ ਕਰਨ ਕਰਕੇ ਉਹਨਾਂ ਗੁਣਾਂ ਤੋਂ ਵਾਂਝੇ ਨੇ ਔਰ ਕੀਰਨੇ ਲੈ ਰਹੇ ਨੇ, ਵਿਲਕ ਰਹੇ ਨੇ। ਔਰ ਹਕੀਕਤ ਹੈ, ਹਰ ਪਰਿਵਾਰ ਦੇ ਜੀ ਪਿਆਰ ਮੁਹੱਬਤ ਨਾਲ, ਨਿਮਰਤਾ ਨਾਲ ਰਹਿ ਸਕਦੇ ਨੇ। ਸਾਰਿਆਂ ਵਿੱਚ ਇਹ ਪੋਸਿਬਿਲਿਟੀ ਹੈ, ਲੇਕਿਨ ਲੋਕ ਨਹੀਂ ਰਹਿ ਰਹੇ। ਧੋਖਾ, ਵਿਰੋਧ, ਈਰਖਾ, ਕੀਨੇ, ਸਾੜੇ, ਚਾਰ ਚੁਫੇਰੇ ਵੇਖ ਲਓ। ਸੰਭਾਵਨਾ ਸਾਰਿਆਂ ਦੇ ਅੰਦਰ ਹੈ ਪਰ ਨਹੀਂ ਰਹਿ ਰਹੇ। ਤੇ ਜਦੋਂ ਰਹਿਣਾ ਨਹੀਂ ਚਾਹੁੰਦੇ ਤਾਂ ਫਿਰ ਸਾਡੇ ਕੋਲ ਇੱਕ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਜੇ ਅਗਲਾ ਨਾ ਕਰੇ ਫਿਰ, ਤਾਂ ਅਗਲਾ ਨਾ ਕਰੇ ਤੇ ਫਿਰ ਸਾਰੇ ਹੀ ਟੱਕਰਾਂ ਮਾਰੀ ਹੁੰਦੇ ਨੇ ਔਰ ਫਿਰ ਸਾਰੇ ਦੁਖੀ ਨੇ। ਵੀ ਅਗਲਾ ਦੁਖੀ, ਫਿਰ ਤੁਸੀਂ ਵੀ ਦੁਖੀ ਹੋਈ ਜਾਓ, ਇਹੀ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਹਿਮਤ ਤੋਂ ਵਾਂਝੇ ਰਹਿਣ ਕਰਕੇ ਸਾਰੀ ਕਾਇਨਾਤ, ਆਮ ਲੋਕ ਦੁਖੀ ਨੇ, ਅਸ਼ਾਂਤ ਨੇ, ਕੀਰਨੇ ਪਾ ਰਹੇ ਨੇ। ਤੇ ਜੇ ਉਸ ਰੱਬੀ ਰਹਿਮਤ ਦੇ ਪਾਤਰ ਬਣਨ, ਰੱਬੀ ਰਜਾ ਵਿੱਚ ਤੁਰਨ ਤਾਂ ਸ਼ਾਂਤ ਰਹਿ ਸਕਦੇ ਨੇ। ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨਾ ਲਾਗੈ ਵਾਰ। ਵਾਰ ਦਾ ਮਤਲਬ ਦੇਰ। ਉਸ ਪ੍ਰਭੂ ਨੂੰ ਸਰੇਵੀਏ ਦਾ ਮਤਲਬ ਸਿਮਰੀਏ, ਯਾਦ ਰੱਖੀਏ, ਰੱਬ ਦੀ ਰਜਾ ਵਿੱਚ ਤੁਰੀਏ। ਜਿਸ ਕਰਤ ਨਾ ਲਾਗੈ ਵਾਰ, ਜਿਸ ਨੂੰ ਕਰਦਿਆਂ ਦੇਰ ਨਹੀਂ ਲੱਗਦੀ। ਕੋਈ ਵੀ ਕੰਮ ਕਰਦਿਆਂ ਦੇਰ ਨਹੀਂ ਲੱਗਦੀ। ਇੱਕ ਪਲ ਦੇ ਅੰਦਰ ਹੀ ਸਾਰਾ ਕੁਝ ਹੋ ਜਾਂਦਾ ਹੈ। ਇੱਕ ਕਹਾਵਤ ਹੈ ਨਾ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਇਹ ਕਹਾਵਤ ਹੈ। ਪਰ ਮੈਂ ਬੇਨਤੀ ਕਰਾਂ, ਰੱਬ ਦੇ ਘਰ ਵਿੱਚ ਨਾ ਦੇਰ ਹੈ ਤੇ ਨਾ ਹਨੇਰ ਹੈ। ਜੇ ਰੱਬ ਦੇ ਘਰ ਵਿੱਚ ਦੇਰ ਹੋ ਗਈ, ਹਨੇਰ ਤੇ ਆਪ ਹੀ ਪੈ ਗਿਆ। ਮੰਨ ਲਓ ਤੁਸੀਂ ਸਵਿਚ ਔਨ ਕੀਤਾ ਤੇ ਸਵਿਚ ਔਨ ਕਰਨ ਤੋਂ ਬਾਅਦ ਚਾਨਣ ਹੋਣ ਲੱਗਿਆ ਦੇਰ ਲੱਗੇਗੀ? ਕੋਈ ਘੰਟਾ 2 ਘੰਟੇ ਲੱਗਣਗੇ ਨਾ। ਸਵਿਚ ਔਨ ਕਰਦਿਆਂ ਸਾਰ ਚਾਨਣਾ ਹੋ ਜਾਣਾ। ਰੱਬ ਦੇ ਘਰ ਨਾ ਦੇਰ ਹੈ ਨਾ ਹਨੇਰ ਹੈ। ਉਥੇ ਤਾਂ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਰੱਬੀ ਸਿਸਟਮ ਦੇ ਅੰਦਰ ਕੋਈ ਦੇਰ ਨਹੀਂ ਹੈ, ਹਨੇਰ ਨਹੀਂ ਹੈ। ਉਥੇ ਤਾਂ ਇੱਕ ਸਿਸਟਮ ਵੱਜਿਆ ਹੋਇਆ ਹੈ। ਉਸ ਸਿਸਟਮ ਦੇ ਅੰਦਰ ਸਾਰਾ ਕੁਝ ਹੋ ਹੀ ਜਾਣਾ ਹੈ। ਤੇ ਜਿਸ ਨੂੰ ਦੇਰ ਹੀ ਨਹੀਂ ਲੱਗਦੀ ਕੁਝ ਕਰਦਿਆਂ, ਉਹਨੂੰ ਸਰੇਵਣਾ ਚਾਹੀਦਾ। ਸੁੱਖ ਦੇਣ ਲੱਗਿਆ ਉਹਨੂੰ ਦੇਰ ਹੀ ਨਹੀਂ ਲੱਗਣੀ, ਇੱਕ ਪਲ ਹੀ ਤੇ ਲੱਗਣਾ। ਅੱਜ ਸੱਚ ਬੋਲਣਾ ਸ਼ੁਰੂ ਕਰ ਦੋ, ਜ਼ਿੰਦਗੀ ਅੱਜ ਬਦਲ ਜਾਏਗੀ। ਇੱਕ ਪਲ ਹੀ ਤੇ ਲੱਗਣਾ। ਅੱਜ ਪਿਆਰ ਨਾਲ ਰਹਿਣਾ ਸ਼ੁਰੂ ਕਰ ਦੋ ਤਾਂ ਅੱਜ ਜ਼ਿੰਦਗੀ ਬਦਲ ਜਾਏਗੀ। ਇੱਕ ਦੂਜੇ ਦਾ ਸਹਿਯੋਗ ਕਰਨਾ ਸ਼ੁਰੂ ਕਰ ਦੋ, ਰਿਸ਼ਵਤ ਲੈਣੀ ਦੇਣੀ ਬੰਦ ਕਰ ਦੋ, ਕਰਪਸ਼ਨ ਖਤਮ ਕਰ ਦੋ, ਅੱਜ ਮਾਹੌਲ ਸੁਧਰ ਜਾਏਗਾ ਸਾਰਾ। ਦੇਰ ਥੋੜਾ ਲੱਗਣੀ ਹੈ।
ਤਾਂ ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਰੱਬੀ ਰਜਾ ਵਿੱਚ ਤੁਰਨਾ ਚਾਹੀਦਾ ਹੈ, ਜਿਸ ਨੂੰ ਇਸ ਸੰਸਾਰ ਬਣਾਉਂਦਿਆਂ ਦੇਰ ਨਹੀਂ ਲੱਗਦੀ। ਆਡਾਣੇ ਆਕਾਸ਼ ਕਰ ਖਿਨ ਮਹਿ ਢਾਹ ਉਸਾਰਨ ਹਾਰ। ਆਡਾਣੇ ਦਾ ਮਤਲਬ ਅੱਡੇ ਹੋਏ, ਤਣੇ ਹੋਏ। ਇਹ ਤਣੇ ਹੋਏ ਆਕਾਸ਼ ਬਣਾ ਕੇ ਪਲ ਵਿੱਚ ਨਾਸ ਕਰਕੇ ਮੁੜ ਬਣਾਉਣ ਦੇ ਸਮਰੱਥ ਹੈ। ਯਾਨੀ ਇਸ ਸੰਸਾਰ ਦੇ ਅੰਦਰ ਰਚਨਾ ਔਰ ਢਹਿਣਾ, ਉਸਰਨਾ ਔਰ ਬਣਨਾ ਰੱਬੀ ਰਜਾ ਵਿੱਚ ਇੱਕ ਪਲ ਵਿੱਚ ਹੀ ਹੋ ਜਾਂਦਾ ਹੈ। ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ। ਪ੍ਰਭੂ ਆਪ ਜਗਤ ਪੈਦਾ ਕਰਕੇ ਤੇ ਆਪ ਇਸ ਕੁਦਰਤ ਦੀ ਵਿਚਾਰ ਕਰਦਾ ਹੈ। ਵਿਚਾਰ ਕਰਨ ਦਾ ਮਤਲਬ ਖਿਆਲ ਰੱਖਦਾ ਹੈ। ਰੱਬੀ ਰਜਾ ਦੇ ਅੰਦਰ ਸਭ ਦਾ ਖਿਆਲ ਰੱਖਿਆ ਜਾ ਰਿਹਾ ਨਾ, ਸੰਚਾਲਨ ਹੋ ਰਿਹਾ ਹੈ। ਹਰ ਇਨਸਾਨ ਨੂੰ ਆਕਸੀਜਨ ਵਗੈਰਾ, ਦੂਜਾ ਤੀਜਾ, ਹਵਾ, ਪਾਣੀ, ਬੈਸੰਤਰ ਮਿਲੀ ਜਾ ਰਿਹਾ ਹੈ। ਮਨਮੁਖ ਅੱਗੇ ਲੇਖਾ ਮੰਗੀ ਹੈ, ਬਹੁਤੀ ਹੋਵੇ ਮਾਰ। ਅੱਗੇ ਦਾ ਮਤਲਬ ਫਿਊਚਰ, ਆਉਣ ਵਾਲਾ ਸਮਾਂ। ਮਨਮੁਖ ਦਾ ਮਤਲਬ ਆਪ ਖੁਦਰਾ। ਲੇਖਾ ਮੰਗੀ ਦਾ ਮਤਲਬ ਲੇਖਾ ਮੰਗਿਆ ਜਾਂਦਾ ਹੈ, ਭਾਵ ਸਜ਼ਾ ਮਿਲਦੀ ਹੈ। ਬਹੁਤੀ ਹੋਵੇ ਮਾਰ ਦਾ ਮਤਲਬ ਬਹੁਤ ਮਾਰ ਪੈਂਦੀ ਹੈ। ਜੋ ਮਨੁੱਖ ਇੱਥੇ ਦਾ ਮਤਲਬ ਇਸ ਸਮੇਂ ਪ੍ਰਭੂ ਨੂੰ ਵਿਸਾਰਦਾ ਹੈ, ਰੱਬੀ ਗੁਣਾਂ ਨੂੰ ਵਿਸਾਰਦਾ ਹੈ, ਈਰਖਾ, ਦਵੇਸ਼, ਨਿੰਦਾ, ਚੁਗਲੀ ਆਦਿਕ ਗੁਣਾਂ ਦੇ ਵਿੱਚ, ਔਗੁਣਾਂ ਦੇ ਵਿੱਚ ਖਚਤ ਰਹਿੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ, ਫਿਊਚਰ ਵਿੱਚ ਲੇਖਾ ਮੰਗਿਆ ਜਾਂਦਾ ਹੈ। ਯਾਨੀ ਹਿਸਾਬ ਕਿਤਾਬ ਹੁੰਦਾ ਹੈ, ਭਾਵ ਕਿ ਕਰਮਾਂ ਅਨੁਸਾਰ ਹੀ ਅੱਗੇ ਫਲ ਮਿਲਣਾ ਹੈ। ਬਹੁਤੀ ਹੋਵੇ ਮਾਰ, ਤੇ ਵਿਕਾਰਾਂ ਦੇ ਕਰਕੇ ਉਹਨੂੰ ਬਹੁਤ ਮਾਰ ਪੈਂਦੀ ਹੈ। ਮਾਰ ਪੈਣ ਦਾ ਮਤਲਬ ਇਹ ਨਹੀਂ ਕਿ ਜੁੱਤੀਆਂ ਪੈਂਦੀਆਂ ਨੇ। ਮਾਰ ਪੈਣ ਦਾ ਮਤਲਬ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ, ਦੁੱਖ ਹੁੰਦਾ ਹੈ, ਅੰਦਰ ਡਰ ਪੈਦਾ ਹੋ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਇਸ ਸਮੇਂ ਵਰਤਮਾਨ ਦੇ ਅੰਦਰ ਪ੍ਰਭੂ ਨੂੰ ਭੁਲਾਉਂਦੇ ਨੇ, ਰੱਬੀ ਰਜਾ ਵਿੱਚ ਨਹੀਂ ਤੁਰਦੇ, ਆਉਣ ਵਾਲੇ ਸਮੇਂ ਅੰਦਰ ਉਹਨਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ, ਦੁੱਖ ਹੁੰਦੇ ਨੇ। ਗੁਰਮੁਖ ਪਤ ਸਿਉ ਲੇਖਾ ਨਿਬੜੈ, ਬਖਸ਼ੇ ਸਿਫਤ ਭੰਡਾਰ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਪਤ ਸਿਉ ਦਾ ਮਤਲਬ ਇੱਜ਼ਤ ਨਾਲ। ਲੇਖਾ ਨਿਬੜੇ ਦਾ ਮਤਲਬ ਲੇਖਾ ਜੋਖਾ ਮੁੱਕ ਜਾਂਦਾ ਹੈ, ਭਾਵ ਕਿ ਉਹਨੂੰ ਦੁੱਖ ਨਹੀਂ ਹੁੰਦਾ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿਬੜ ਜਾਂਦਾ ਹੈ। ਉਹਦੇ ਉੱਤੇ ਕੋਈ ਦੂਸ਼ਣ ਨਹੀਂ ਲੱਗਦੇ, ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਦੇ ਭੰਡਾਰ ਰੱਬ ਨੇ ਉਹਨੂੰ ਬਖਸ਼ੇ ਹੁੰਦੇ ਨੇ। ਪ੍ਰਭੂ ਦੀ ਸਿਫਤ ਸਲਾਹ ਦੇ ਭੰਡਾਰ ਜਿਹੜੇ ਨੇ, ਉਹਨਾਂ ਨੂੰ ਯੂਜ਼ ਕਰ ਰਿਹਾ ਹੁੰਦਾ ਹੈ। ਉੱਥੇ ਹੱਥ ਨਾ ਅਪੜੈ, ਕੂਕ ਨਾ ਸੁਣੀਏ ਪੁਕਾਰ। ਉੱਥੇ ਦਾ ਮਤਲਬ ਉਸ ਅਵਸਥਾ ਵਿੱਚ ਜਿੱਥੇ ਜਾ ਕੇ ਫਿਊਚਰ ਦੇ ਅੰਦਰ ਕੀਤੇ ਹੋਏ ਮਾੜੇ ਕਰਮਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ ਨਾ, ਹੱਥ ਨਾ ਅਪੜੇ ਦਾ ਮਤਲਬ ਫਿਰ ਉੱਥੇ ਕੋਈ ਪੇਸ਼ ਨਹੀਂ ਜਾਂਦੀ। ਕੀਤੇ ਕਰਮਾਂ ਦਾ ਫਲ ਜਦੋਂ ਮਿਲਦਾ ਹੈ ਤਾਂ ਫਿਰ ਉੱਥੇ ਕਿਸੇ ਦੀ ਪੇਸ਼ ਨਹੀਂ ਜਾਂਦੀ, ਕੋਈ ਉਹਦੀ ਕੂਕ ਪੁਕਾਰ ਨਹੀਂ ਸੁਣਦਾ। ਹੁਣ ਕਈ ਕਰਮ ਐਸੇ ਨੇ ਨਾ, ਬੰਦਾ ਕਰ ਬਹਿੰਦਾ ਮਾੜਾ ਕਰਮ, ਤੇ ਮਾੜੇ ਕਰਮ ਕਰਕੇ ਫਿਰ ਅੰਦਰ ਪਛਤਾਵਾ ਹੁੰਦਾ ਹੈ। ਹੁਣ ਉਸ ਪਛਤਾਵੇ ਨੂੰ ਕੌਣ ਉਹਦੀ ਕੂਕ ਪੁਕਾਰ ਸੁਣੇ, ਕਿਵੇਂ ਉਹਨੂੰ ਪਛਤਾਵੇ ਚੋਂ ਬਾਹਰ ਕੱਢੇ, ਕਿਵੇਂ ਉਸ ਕਰਮ ਨੂੰ ਵਾਪਸ ਲਿਆਏ, ਕਿਵੇਂ ਉਸ ਸਮੇਂ ਨੂੰ ਵਾਪਸ ਲਿਆ ਸਕਦਾ? ਕਦੇ ਵੀ ਨਹੀਂ। ਉਹ ਦੁੱਖ ਤਾਂ ਫਿਰ ਸਹਾਰਨੇ ਪੈਣੇ ਨੇ, ਮਾਨਸਿਕ ਪਰੇਸ਼ਾਨੀ ਬਣੀ ਰਹਿਣੀ ਹੈ। ਕਈ ਨਿੱਕੇ ਨਿੱਕੇ ਕਰਮ ਐਸੇ ਹੁੰਦੇ ਨੇ ਜੋ ਬੰਦਾ ਗਲਤੀ ਨਾਲ ਕਰ ਬਹਿੰਦਾ ਹੈ। ਅਸੀਂ ਵੀ ਜ਼ਿੰਦਗੀ ਵਿੱਚ ਕੀਤੇ ਹੋਣਗੇ, ਅਸੀਂ ਆਪਣੀ ਮਿਸਾਲ ਲੈ ਸਕਦੇ ਹਾਂ, ਤੇ ਅੱਜ ਵੀ ਉਹਨਾਂ ਕਰਮਾਂ ਦਾ ਪਛਤਾਵਾ ਹੋ ਸਕਦਾ ਹੈ। ਹੁਣ ਉਸ ਪਛਤਾਵੇ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ, ਕੋਈ ਕੂਕ ਪੁਕਾਰ ਨਹੀਂ ਕਿ ਕੋਈ ਜੋਤਸ਼ੀ ਬਾਬਾ ਸਾਨੂੰ ਉਹਨਾਂ ਦੇ ਵਿੱਚੋਂ ਕੱਢ ਦੇਵੇ। ਇਸ ਲਈ ਰੱਬੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲੈ ਅੰਤੀ ਵਾਰ। ਉੱਥੇ ਕੋਈ ਬਾਬਾ ਜੋਤਸ਼ੀ ਨਹੀਂ ਬਚਾ ਸਕਦਾ। ਤਾਂ ਉਸ ਜਗ੍ਹਾ ਤੇ ਜਿੱਥੇ ਬੰਦਾ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਫਸਿਆ ਹੋਇਆ ਹੈ, ਗੁਰੂ ਬੇਲੀ ਬਣਦਾ ਹੈ। ਗੁਰੂ ਦਾ ਗਿਆਨ ਬੰਦੇ ਨੂੰ ਆਤਮਕ ਮੌਤ ਤੋਂ ਬਚਾ ਸਕਦਾ ਹੈ। ਅੰਤੀ ਵਾਰ ਦਾ ਮਤਲਬ ਅਖੀਰ ਨੂੰ, ਆਖਿਰ ਗੁਰੂ ਦਾ ਗਿਆਨ ਹੀ ਸਾਨੂੰ ਬਚਾ ਸਕਦਾ ਹੈ। ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਉਹ ਐਸੇ ਵਿਕਾਰਾਂ ਦੇ ਵਿੱਚ ਨਹੀਂ ਪਏਗਾ, ਉਹ ਐਸੇ ਕਰਮ ਨਹੀਂ ਕਰੇਗਾ। ਉਹਨੂੰ ਗੁਰੂ ਇਹਨਾਂ ਵਿਕਾਰਾਂ ਤੋਂ ਬਾਹਰ ਕੱਢ ਲਏਗਾ, ਇਸ ਰਾਹ ਤੋਂ ਬਾਹਰ ਕੱਢ ਲਏਗਾ, ਇਸ ਸਟੇਜ ਤੇ ਪਹੁੰਚਣ ਹੀ ਨਹੀਂ ਦੇਵੇਗਾ। ਤੇ ਜੇ ਕੋਈ ਬੰਦਾ ਗਲਤੀ ਨਾਲ ਜਾਂ ਜਾਣਬੁੱਝ ਕੇ ਐਸਾ ਕੁਝ ਕਰ ਬੈਠਾ ਹੈ, ਤਾਂ ਉਹਦੇ ਵਿੱਚੋਂ ਬਾਹਰ ਆਉਣ ਲਈ ਇੱਕੋ ਹੀ ਗੱਲ ਹੈ ਕਿ ਗੁਰੂ ਗਿਆਨ ਦਾ ਧਾਰਨੀ ਹੋ ਕੇ
ਅੱਗੇ ਤੋਂ ਉਹ ਕਰਮ ਨਾ ਕਰੇ ਔਰ ਅੱਗੇ ਤੋਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇ ਤਾਂ ਉਹਦਾ ਜੀਵਨ ਸਹੀ ਹੋ ਸਕਦਾ ਹੈ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਸਤਿਗੁਰ ਸਿਰ ਕਰਤਾਰ। ਇੱਥੇ ਜਨਤਾ ਨਹੀਂ ਪੜਨਾ, ਜਨਤਾ ਬਿੰਦੀ ਲਾ ਕੇ। ਜਨਤਾ ਪੜੋਗੇ ਤੇ ਲੁਕਾਈ ਬਣ ਜਾਏਗਾ। ਜਨਤਾ ਦਾ ਮਤਲਬ ਜੀਵ ਜਨਤਾ ਨੂੰ। ਤਾਂ ਗੁਰੂ ਜੀ ਕਹਿੰਦੇ ਨੇ ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਕੋਈ ਵੀ ਹੋਰ ਸੇਵਾ, ਚਾਹੇ ਉਹ ਵਰਤਨ ਰਾਤੇ ਸਰਾਧ ਨੇ, ਕਰਮ ਕਾਂਡ ਨੇ, ਮਾਲਾ ਫੇਰਨੀਆਂ ਨੇ, ਜਾਂ ਤੀਰਥ ਇਸ਼ਨਾਨ ਜਾਂ ਹੋਰ ਜਿੰਨੇ ਵੀ ਕਰਮ ਕਾਂਡ ਨੇ, ਉਹ ਲਾਭਦਾਇਕ ਨਹੀਂ ਹਨ। ਸਤਿਗੁਰ ਸਿਰ ਕਰਤਾਰ, ਸਿਰਫ ਰੱਬ ਦਾ ਰੂਪ ਗੁਰੂ ਹੀ ਸਾਡੇ ਜੀਵਾਂ ਦੇ ਉੱਤੇ, ਸਿਰ ਦੇ ਉੱਤੇ ਰਾਖਾ ਹੈ। ਗੁਰੂ ਹੀ ਸਾਡੇ ਜੀਵਨ ਦੀ ਰਾਖੀ ਕਰ ਸਕਦਾ ਹੈ। ਹੋਰ ਕੋਈ ਰਾਸਤਾ ਨਹੀਂ ਹੈ, ਹੋਰ ਕੋਈ ਯਤਨ ਨਹੀਂ ਹੈ। ਹਰ ਜੀਵ ਦੇ ਸਿਰ ਤੇ ਗੁਰੂ ਹੀ ਰਾਖਾ ਹੋ ਸਕਦਾ ਹੈ ਔਰ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ ਹੀ ਸਾਨੂੰ ਇਹਨਾਂ ਪਾਪਾਂ ਵਿਕਾਰਾਂ ਤੋਂ ਬਚਾ ਸਕਦੀ ਹੈ। ਹੋਰ ਕੋਈ ਰਾਹ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਜਿਆ ਕਰ ਸਕੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਛੋਟਾ ਮੋਟਾ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਹਨ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਨਮਿਊਟ ਹੋ ਜਾਓ ਜੀ। ਕੋਈ ਵੀਰ ਭੈਣ ਜੇ ਕੋਈ ਆਪਣੇ ਵਿਚਾਰ